श्री वाहिगुरु जी। एक ओंकार सतगुर प्रसाद। सलोक महला नावा। गुण गोबिंद गायो नहीं, जन्म अकारथ कीना। कहो नानक हर भज मना, जिह बिद जल को मीना। बिख्या नस्यों का ही रचियो, निमख ना हो ही उदास। कहो नानक भज हर मना, परै न जम की फास। धरनापो यों ही गयो, लियो जरा तन जीत। कहो नानक भज हर मना, औद जात है बीत। बिरद भयो सूझै नहीं, काल पहुँच्यो आन। कहो नानक नर बावरे, क्यों न भजै भगवान। धन दारा संपत सगल, जिन अपनी कर मान। इनमें कछ संगी नहीं, नानक साची जान। पतत उदाहरण पै हरन, हर अनाथ के नाथ। कहो नानक तिह जानिए, सदा बस्त तुम साथ। एक ओंकार सतगुर प्रसाद। सलोक महला नावा। गुण गोबिंद गायो नहीं, जन्म अकारथ कीना। कहो नानक हर भज मना, जिह बिद जल को मीना। वंदे नानक देव अंगद अमरं। वंदे गुरु राम्यं। वंदे रामसुतं विवेक जलधो। वंदे गोविंद हरिं। वंदे श्री हर राय नंद कुवरं। वंदे गुरुनौम्यं। वंदे सिंह गोविंद बोधि अमले। वंदे गुरु ग्रंथ्यं। वंदे गुरु ग्रंथ्यं। गुर की मूरत मन मह ध्यान। गुर के शब्द मंत्र मन मान। गुर के चरण हृदय तारो। गुर पार ब्रह्म सदा नमस्कारो। धन धन शब्द अवतार
ਚਵਰ ਛਤਰ ਤਖਤ ਦੇ ਮਾਲਿਕ, ਗਿਆਨ ਸਰੂਪ ਬੋਹਿਤ ਸਰੂਪ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਤਿਗੁਰਾਂ ਦੀ ਹਜ਼ੂਰੀ ਵਿਖੇ ਬਿਰਾਜਮਾਨ ਪਰਮ ਸਤਿਕਾਰਯੋਗ ਸੰਤ ਬਾਬਾ ਹਰਚਰਨ ਸਿੰਘ ਜੀ ਏਵਮ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪਾਂ ਸਾਰੇ ਹੀ ਜਿਸ ਤਰ੍ਹਾਂ ਹੁਣੇ ਮਹਾਂਪੁਰਸ਼ਾਂ ਨੇ ਦਰਸਾਇਆ ਹੈ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਭਗਤੀ ਸ਼ਬਦ ਜਾਪ, ਜਿਸ ਦੇ ਆਪਾਂ ਅੱਜ 21ਵੇਂ ਦਿਨ ਦੇ ਵਿੱਚ ਬੈਠੇ ਹਾਂ। ਪੂਰਵ ਦਿਨਾਂ ਦੇ ਵਿੱਚ ਆਪ ਸੰਗਤਾਂ ਨੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਨੂੰ ਸ਼ਰਵਣ ਕੀਤਾ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਉੱਤੇ ਕਿੱਡੀਆਂ ਕਿੱਡੀਆਂ ਵੱਡੀਆਂ ਮਹਾਨ ਕਿਰਪਾਵਾਂ ਕੀਤੀਆਂ ਹਨ, ਕਿੰਨੀ ਉਹਨਾਂ ਨੇ ਸਾਡੇ ਉੱਤੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਜਦੋਂ ਅਸੀਂ ਉਹਨਾਂ ਦੇ ਪਰਉਪਕਾਰਾਂ ਵੱਲ ਦੇਖਦੇ ਹਾਂ ਕਿ ਸਤਿਗੁਰੂ ਸਾਹਿਬ ਜੀ ਨੇ ਸਾਡੇ ਉੱਤੇ ਬਹੁਤ ਵੱਡਾ ਪਰਉਪਕਾਰ ਕੀਤਾ। ਅੱਜ ਆਪਾਂ ਸਾਰੇ ਹੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੁਆਰਾ ਉਚਾਰਿਤ 9ਵੇਂ ਮਹੱਲੇ ਦੇ ਸ਼ਲੋਕ ਦੀ ਕਥਾ ਆਰੰਭ ਕਰਨ ਲੱਗੇ ਹਾਂ। ਆਪ ਸਰਬੱਤ ਸੰਗਤਾਂ ਨੇ ਇਤਿਹਾਸ ਦੇ ਵਿੱਚ ਸ਼ਰਵਣ ਕੀਤਾ ਹੋਵੇਗਾ ਕਿ ਜਦੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੋਬਿੰਦ ਰਾਏ ਜੀ ਦੇ ਕਹਿਣ ਦੇ ਉੱਤੇ ਦਿੱਲੀ ਦੇ ਵਿੱਚ ਆਪਣਾ ਬਲੀਦਾਨ ਦੇਣ ਵਾਸਤੇ ਗਏ, ਉੱਥੇ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਇਹ 9ਵੇਂ ਮਹੱਲੇ ਦੇ 57 ਸ਼ਲੋਕਾਂ ਦਾ ਉਚਾਰਨ ਕੀਤਾ। ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਉੱਤੇ ਬਹੁਤ ਵੱਡੀ ਕਿਰਪਾ ਕੀਤੀ ਹੈ ਕਿ ਜਦੋਂ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਾਪ ਕਰਦੇ ਹਾਂ, ਸਹਿਜ ਪਾਠ ਕਰਦੇ ਹਾਂ, ਅਖੰਡ ਪਾਠ ਕਰਦੇ ਹਾਂ, ਤਾਂ ਉਸ ਦੀ ਸੰਪੂਰਨਤਾ 9ਵੇਂ ਮਹੱਲੇ ਦੇ ਸ਼ਲੋਕਾਂ ਦੁਆਰਾ ਹੁੰਦੀ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਸੀੜੀਆਂ ਦਿੱਤੀਆਂ ਹਨ। ਸ਼ਲੋਕ ਦਾ ਅਰਥ ਹੈ ਸੀੜੀ, ਮੈਨੇ ਪੌੜੀ। ਕਿੱਥੋਂ ਦੀ ਪੌੜੀ? ਸੱਚਖੰਡ ਦੀ। ਅਗਰ ਅਸੀਂ ਸੱਚਖੰਡ ਜਾਣਾ ਚਾਹੁੰਦੇ ਹਾਂ, ਉਸ ਮਾਲਕ ਦੇ ਲੋਕ ਦੇ ਵਿੱਚ ਜਾਣਾ ਚਾਹੁੰਦੇ ਹਾਂ, ਤਾਂ ਭਾਈ ਇਹਨਾਂ ਸਤਿਗੁਰੂ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਸ਼ਲੋਕਾਂ ਨੂੰ ਸਾਨੂੰ ਆਪਣੇ ਜੀਵਨ ਦੇ ਵਿੱਚ ਉਤਾਰਨਾ ਪਵੇ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਜਿਹੜਾ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਵੈਸੇ ਤਾਂ ਜਦੋਂ ਆਪਾਂ ਦੇਖਦੇ ਹਾਂ ਹੁਣੇ ਸਾਡੇ ਪਰਮ ਸਤਿਕਾਰਯੋਗ ਭਾਈ ਰਾਜ ਬਰਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਬਹੁਤ ਹੀ ਮਨੋਹਰ ਕੀਰਤਨ ਸ਼ਰਵਣ ਕਰਵਾ ਰਹੇ ਸਨ। 9ਵੇਂ ਪਾਤਸ਼ਾਹ ਦੀ ਆਪਾਂ ਜਿੰਨੀ ਵੀ ਬਾਣੀ ਸ਼ਰਵਣ ਕਰਦੇ ਹਾਂ, ਜ਼ਿਆਦਾਤਰ 9ਵੇਂ ਪਾਤਸ਼ਾਹ ਦੀ ਬਾਣੀ ਵੈਰਾਗਮਈ। 5ਵੇਂ ਪਾਤਸ਼ਾਹ ਦੀ ਬਾਣੀ ਜਦੋਂ ਆਪਾਂ ਸ਼ਰਵਣ ਕਰਦੇ ਹਾਂ, ਉਹ ਗਿਆਨਮਈ ਹੈ, ਅਤੇ 9ਵੇਂ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਇਹ ਵੈਰਾਗਮਈ ਹੈ। ਸਤਿਗੁਰੂ ਪਾਤਸ਼ਾਹ ਪਹਿਲਾਂ ਸਾਡੇ ਹਿਰਦੇ ਦੇ ਵਿੱਚ ਵੈਰਾਗ ਪੈਦਾ ਕਰਦੇ ਹਨ ਕਿ ਭਾਈ ਸੰਸਾਰ ਦੇ ਵੱਲੋਂ ਵੈਰਾਗ ਉਤਪੰਨ ਕਰੋ। ਕਿਉਂ ਕਿ ਜਦੋਂ ਸਾਡੇ ਅੰਦਰ ਸੰਸਾਰ ਵੱਲੋਂ ਵੈਰਾਗ ਉਤਪੰਨ ਹੋਵੇਗਾ ਤਾਂ ਹੀ ਸਾਡਾ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਰਾਗ ਹੋਵੇਗਾ, ਪ੍ਰੇਮ ਹੋਵੇਗਾ, ਪਿਆਰ ਹੋਵੇਗਾ। ਜਿੰਨਾ ਚਿਰ ਤੱਕ ਸਾਡੇ ਹਿਰਦੇ ਦੇ ਵਿੱਚ ਸੰਸਾਰ ਦੇ ਪ੍ਰਤੀ ਰਾਗ ਹੈ, ਸੰਸਾਰ ਦੇ ਪ੍ਰਤੀ ਪ੍ਰੇਮ ਹੈ, ਪਿਆਰ ਹੈ, ਉਹਨਾਂ ਚਿਰ ਤੱਕ ਸਾਡੇ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਦੇ ਪ੍ਰਤੀ ਰਾਗ ਪੈਦਾ ਨਹੀਂ ਹੋ ਸਕਦਾ। ਉਹਨਾਂ ਚਿਰ ਤੱਕ ਅਸੀਂ ਸੰਸਾਰ ਦੇ ਵਿੱਚ ਭਟਕਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਉੱਤੇ ਬਹੁਤ ਵੱਡੀ ਬਖਸ਼ਿਸ਼ ਬਖਸ਼ੀ ਹੈ ਕਿ ਸਾਨੂੰ ਵੈਰਾਗਮਈ ਬਾਣੀ ਬਖਸ਼ਿਸ਼ ਬਖਸ਼ੀ ਹੈ ਕਿ ਭਾਈ ਅਸੀਂ ਸਭ ਤੋਂ ਪਹਿਲਾਂ ਵੈਰਾਗ ਨੂੰ ਧਾਰਨ ਕਰੀਏ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਇੱਕ ਓੰਕਾਰ, ਉਹ ਪਰਮ ਪਿਤਾ ਪਰਮਾਤਮਾ ਇੱਕ ਹੈ, ਜਿਸ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਦੂਸਰਾ ਦਵੈਤ ਨਹੀਂ। ਏਕਮ ਮੇਵਾ ਦੁਤੀਆਕਮ, ਜਿਸ ਦੇ ਬਾਰੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਏਕ ਹੈ, ਅਨੇਕ ਹੈ, ਫਿਰ ਏਕ। ਉਹ ਪਰਮ ਪਿਤਾ ਪਰਮਾਤਮਾ ਇੱਕ ਹੈ। ਸ੍ਰਿਸ਼ਟੀ ਰੂਪ ਦੇ ਵਿੱਚ ਉਹ ਅਨੇਕ ਰੂਪ ਧਾਰਨ ਕਰਦਾ ਹੈ ਅਤੇ ਫਿਰ ਉਹ ਇੱਕ ਰੂਪ ਦੇ ਵਿੱਚ ਆ ਜਾਂਦਾ ਹੈ।
ਉਹ ਪਰਮ ਪਿਤਾ ਪਰਮਾਤਮਾ ਕੀ ਹੈ? ਇੱਕ ਹੈ। ਅਨੇਕ ਰੂਪ ਦੇ ਵਿੱਚ ਸਾਨੂੰ ਭਾਸਦਾ ਹੈ, ਪਰ ਫਿਰ ਵਾਸਤਵ ਦੇ ਵਿੱਚ ਉਹ ਇੱਕ ਹੈ। ਅਸੀਂ ਆਪਣੇ ਜੀਵਨ ਦੇ ਵਿੱਚ ਸਾਧਨਾ ਕੀ ਕਰਨੀ ਹੈ ਕਿ ਉਹ ਪਰਮ ਪਿਤਾ ਪਰਮਾਤਮਾ ਇੱਕ ਹੈ, ਪਰ ਸਾਨੂੰ ਅਨੇਕ ਰੂਪ ਦੇ ਵਿੱਚ ਦਿਖਾਈ ਦਿੰਦਾ। ਅਸੀਂ ਆਪਣੀ ਦ੍ਰਿਸ਼ਟੀ ਨੂੰ ਅਨੇਕ ਰੂਪ ਦੇ ਉੱਤੋਂ ਹਟਾ ਕਰਕੇ ਇੱਕ ਦੇ ਵਿੱਚ ਲਿਆਉਣੀ ਹੈ। ਜਿਸ ਤਰ੍ਹਾਂ ਅਸੀਂ ਸੁਨਿਆਰੇ ਦੇ ਕੋਲ ਜਾਂਦੇ ਹਾਂ, ਸੁਨਿਆਰੇ ਦੇ ਕੋਲ ਸੋਨੇ ਦੇ ਅਨੇਕ ਪ੍ਰਕਾਰ ਦੇ ਗਹਿਣੇ ਪਏ। ਸਾਡੀ ਜਿਹੜੀ ਦ੍ਰਿਸ਼ਟੀ ਕੀ ਹੈ? ਅਨੇਕ ਤਰ੍ਹਾਂ ਦੀ ਦ੍ਰਿਸ਼ਟੀ ਹੈ ਕਿ ਇਸ ਦੇ ਕੋਲ ਅਨੇਕ ਪ੍ਰਕਾਰ ਦੇ ਗਹਿਣੇ ਹਨ, ਪਰ ਸੁਨਿਆਰੇ ਦੀ ਦ੍ਰਿਸ਼ਟੀ ਕੀ ਹੈ ਕਿ ਉਹ ਸਾਰੇ ਸੋਨੇ ਦੇ ਹਨ। ਉਹਦੀ ਇੱਕ ਦ੍ਰਿਸ਼ਟੀ ਹੈ ਕਿ ਇਹ ਸਾਰਾ ਸੋਨਾ ਹੈ। ਇਸ ਵਾਸਤੇ ਭਾਈ ਸਾਨੂੰ ਜੋ ਚਰਾਚਰ ਸ੍ਰਿਸ਼ਟੀ ਦੇ ਵਿੱਚ ਦਿਖਾਈ ਦਿੰਦਾ ਹੈ ਅਨੇਕ ਰੂਪ ਦੇ ਵਿੱਚ, ਅਸੀਂ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਨੂੰ ਇੱਕ ਕਰਕੇ ਜਾਣਨਾ ਹੈ। ਕਿਉਂ ਕਿ ਉਹ ਹਰ ਜਰੇ ਜਰੇ ਦੇ ਵਿੱਚ, ਹਰ ਕਣ ਕਣ ਦੇ ਵਿੱਚ ਵਿਆਪਕ ਹੈ। ਉਹ ਪਰਮ ਪਿਤਾ ਪਰਮਾਤਮਾ ਕੀ ਹੈ? ਇੱਕ ਹੈ, ਜਿਸ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਦ્વੈਤ ਨਹੀਂ ਹੈ, ਜਿਸ ਦੇ ਬਾਰੇ ਸ਼ਾਸਤਰਕਾਰ ਕਥਨ ਕਰਦੇ ਹਨ, ਏਕਮ ਸਦ ਵਿਪਰਾ ਬਹੁਧਾ ਵਦੰਤੀ। ਕਹਿੰਦੇ ਉਹ ਪਰਮ ਪਿਤਾ ਪਰਮਾਤਮਾ ਇੱਕ ਹੈ, ਪਰ ਉਸ ਇੱਕ ਪਰਮ ਪਿਤਾ ਪਰਮਾਤਮਾ ਨੂੰ ਅਨੇਕ ਪ੍ਰਕਾਰ ਦੇ ਨਾਲ ਕਥਨ ਕੀਤਾ ਜਾਂਦਾ ਹੈ, ਵਿਆਖਿਆਨ ਕੀਤਾ ਜਾਂਦਾ ਹੈ। ਜਿੰਨਾ ਵੀ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਾਪ ਕਰਦੇ ਹਾਂ, ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ, ਇਹ ਸਾਰੇ ਦੀ ਸਾਰੀ ਜਿਹੜੀ ਵਿਆਖਿਆ ਹੈ ਕਿਸ ਦੀ ਹੈ? ਉਸ ਇੱਕ ਦੀ। ਜਦੋਂ ਤੋਂ ਇਹ ਸ੍ਰਿਸ਼ਟੀ ਪੈਦਾ ਹੋਈ ਹੈ, ਜਦੋਂ ਤੱਕ ਇਹ ਸ੍ਰਿਸ਼ਟੀ ਰਹੇਗੀ, ਜਿੰਨੀ ਵੀ ਸੰਸਾਰ ਦੇ ਵਿੱਚ ਵਿਆਖਿਆ ਹੁੰਦੀ ਹੈ, ਕਥਨ ਹੁੰਦਾ ਹੈ, ਉਸ ਇੱਕ ਦਾ ਕਥਨ ਹੁੰਦਾ ਹੈ। ਅਸੀਂ ਉਸ ਇੱਕ ਨੂੰ ਜਾਣਨਾ ਹੈ, ਇੱਕ ਨੂੰ ਪਹਿਚਾਨਣਾ ਹੈ। ਜਦੋਂ ਅਸੀਂ ਉਸ ਇੱਕ ਨੂੰ ਜਾਣ ਲਵਾਂਗੇ, ਪਹਿਚਾਨ ਲਵਾਂਗੇ, ਤਾਂ ਹੀ ਭਾਈ ਸਾਡਾ ਇਸ ਸੰਸਾਰ 'ਤੇ ਜਿਹੜਾ ਆਉਣਾ ਹੈ ਉਹ ਸਫਲ ਹੋਵੇਗਾ। ਓੰਕਾਰ ਕਹਿੰਦੇ ਹਨ ਜਿਹੜਾ ਉਚਾਰਨ ਮਾਤਰ ਦੇ ਨਾਲ ਸਾਡੀ ਰੱਖਿਆ ਕਰਦਾ ਹੈ। ਜਿਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਸਾਰੇ ਸੰਸਾਰ ਦੀ ਰੱਖਿਆ ਕਰਦਾ ਹੈ, ਉਹ ਓੰਕਾਰ। ਅੱਗੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਸਤਿਗੁਰ ਪ੍ਰਸਾਦ। ਉਹ ਜਿਹੜਾ ਇੱਕ ਹੈ, ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਹੈ, ਜਿਹੜਾ ਸਾਰੇ ਸ੍ਰਿਸ਼ਟੀ ਦੇ ਜੀਵਾਂ ਦੀ ਪਾਲਣਾ ਕਰਦਾ ਹੈ, ਰੱਖਿਆ ਕਰਦਾ ਹੈ। ਉਹ ਕਿਹੋ ਜਿਹਾ ਹੈ? ਉਹ ਸਤ ਹੈ, ਗੁਰ ਮੈਣੇ ਚੇਤਨ ਰੂਪ ਹੈ, ਪ੍ਰਸਾਦ ਮੈਣੇ ਆਨੰਦ ਸਰੂਪ ਹੈ। ਉਹ ਪਰਮ ਪਿਤਾ ਪਰਮਾਤਮਾ ਕਿਹੋ ਜਿਹਾ ਹੈ? ਸਤ ਹੈ, ਚਿੱਤ ਹੈ, ਆਨੰਦ ਹੈ। ਕਿਉਂਕਿ ਸਾਡਾ ਜਿਹੜਾ ਆਪਣਾ ਵਾਸਤਵਿਕ ਸਰੂਪ ਹੈ ਉਹ ਸਤ ਚਿੱਤ ਆਨੰਦ ਸਰੂਪ ਹੈ। ਸਤ ਕਿਸ ਨੂੰ ਕਹਿੰਦੇ ਹਨ? ਹੋਣੇਪਨ ਨੂੰ। ਕਿਸੇ ਵੀ ਵਸਤੂ ਦੇ ਅਸੀਂ ਹੋਣੇਪਨ ਨੂੰ ਕੀ ਕਹਿੰਦੇ ਹਾਂ ਕਿ ਇਹ ਵਿਅਕਤੀ ਇੱਥੇ ਹੈ ਜਾਂ ਨਹੀਂ ਹੈ, ਇਹ ਵਸਤੂ ਇੱਥੇ ਹੈ ਜਾਂ ਨਹੀਂ ਹੈ। ਸਤ ਦਾ ਅਰਥ ਹੈ ਹੋਣਾਪਨ। ਸਾਨੂੰ ਕਿਸੇ ਵੀ ਵਿਅਕਤੀ ਨੂੰ, ਕਿਸੇ ਵੀ ਇਨਸਾਨ ਨੂੰ ਅੱਜ ਤੱਕ ਇਹ ਵਹਿਮ ਪਿਆ, ਇਹ ਭੁਲੇਖਾ ਪਿਆ ਕਿ ਮੈਂ ਹਾਂ ਜਾਂ ਨਹੀਂ ਹਾਂ। ਸਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਇੱਥੇ ਹਾਂ, ਮੈਂ ਉੱਥੇ ਹਾਂ, ਮੈਂ ਕਿੱਥੇ ਗਿਆ, ਮੈਂ ਕਿੱਥੋਂ ਆਇਆ। ਅਰਥਾਤ ਸਾਨੂੰ ਸਾਰਿਆਂ ਨੂੰ ਆਪਣੇ ਸਤਪਨੇ ਦਾ ਗਿਆਨ ਹੈ ਕਿ ਮੈਂ ਹਾਂ। ਗੁਰ ਕਹਿੰਦੇ ਹਨ ਚੇਤਨ ਨੂੰ। ਚੇਤਨ ਕਿਹਨੂੰ ਕਹਿੰਦੇ ਹਨ? ਜਿਹੜਾ ਖੁਦ ਨੂੰ ਜਾਣਦਾ ਹੈ ਅਤੇ ਦੂਸਰਿਆਂ ਨੂੰ ਜਾਣਦਾ ਹੈ। ਅਸੀਂ ਖੁਦ ਨੂੰ ਜਾਣਦੇ ਹਾਂ, ਸੰਸਾਰ ਦੀਆਂ ਅਨੇਕਾਂ ਵਸਤੂਆਂ ਦਾ, ਅਨੇਕਾਂ ਵਿਅਕਤੀਆਂ ਦਾ ਸਾਨੂੰ ਗਿਆਨ ਹੈ। ਅੱਜ ਅਗਰ ਅਸੀਂ ਮੂਰਖ ਤੋਂ ਮੂਰਖ ਵਿਅਕਤੀ ਨੂੰ ਵੀ ਪੁੱਛ ਲਈਏ, ਉਹ ਕਹਿੰਦਾ ਜਿੰਨਾ ਮੈਨੂੰ ਗਿਆਨ ਹੈ ਉਹਨਾਂ ਸੰਸਾਰ ਦੇ ਕਿਸੇ ਵਿਅਕਤੀ ਨੂੰ ਗਿਆਨ ਨਹੀਂ, ਉਹਨਾਂ ਕੋਈ ਸੰਸਾਰ ਦਾ ਕੋਈ ਦੂਸਰਾ ਵਿਅਕਤੀ ਨਹੀਂ ਜਾਣਦਾ। ਅਰਥਾਤ ਅਗਰ ਅੱਜ ਅਸੀਂ ਮੂਰਖ ਤੋਂ ਮੂਰਖ ਵਿਅਕਤੀ ਨੂੰ ਵੀ ਪੁੱਛੀਏ, ਉਹ ਵੀ ਕਹਿੰਦਾ ਹੈ ਜਿੰਨੀ ਸਮਝ ਮੈਨੂੰ ਹੈ, ਜਿੰਨਾ ਗਿਆਨ ਮੈਨੂੰ ਹੈ, ਜਿੰਨਾ ਮੈਨੂੰ ਪਤਾ ਹੈ, ਕਿਸੇ ਦੂਸਰੇ ਨੂੰ ਨਹੀਂ ਪਤਾ। ਅਰਥਾਤ ਸਾਨੂੰ ਆਪਣੇ ਸਤਪਨੇ ਦਾ ਵੀ ਗਿਆਨ ਹੈ, ਆਪਣੇ ਚੇਤਨਪਨੇ ਦਾ ਵੀ ਗਿਆਨ। ਪਰ ਅਸੀਂ ਦਿਨ ਰਾਤ ਦੀ ਦੌੜ ਦੇ ਵਿੱਚ ਲੱਗੇ ਹੋਏ ਹਾਂ। ਦਿਨ ਰਾਤ ਅਸੀਂ ਦੌੜਦੇ ਹਾਂ, ਕੁਛ ਅਸੀਂ ਲੱਭ ਰਹੇ ਹਾਂ। ਸਾਡੀ ਦਿਨ ਰਾਤ ਦੀ ਖੋਜ ਹੈ। ਦਿਨ ਰਾਤ ਦੀ ਦੌੜ ਦੇ ਵਿੱਚ ਅਸੀਂ ਕੀ ਲੱਭਦੇ ਹਾਂ? ਜਿਹੜਾ ਸਾਡਾ ਆਨੰਦ ਸਰੂਪ ਹੈ, ਉਸ ਆਨੰਦ ਸਰੂਪ ਨੂੰ ਅਸੀਂ ਲੱਭਦੇ ਹਾਂ।
क्योंकि वो परम पिता परमात्मा की है, सत है, चित है, आनंद है। वो परम पिता परमात्मा सतगुर प्रसाद है, क्योंकि जो उस परम पिता परमात्मा का स्वरूप है ਉਹੀ साडा स्वरूप है। ਅਸੀਂ ਆਪਣੇ ਉਸ ਸਰੂਪ ਨੂੰ ਭੁੱਲੇ ਹੋਏ ਹਾਂ। ਉਸ ਪਰਮੇਸ਼ਰ ਨੂੰ ਭੁੱਲਣ ਦੇ ਕਾਰਨ ਹੀ ਅਸੀਂ ਜਗ੍ਹਾ ਜਗ੍ਹਾ ਭਟਕਦੇ ਹਾਂ, ਦੁੱਖ ਉਠਾਉਂਦੇ ਹਾਂ, ਕਸ਼ਟ ਉਠਾਉਂਦੇ ਹਾਂ। ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਸਾਰੇ ਦੇ ਸਾਰੇ ਜਿਹੜੇ ਸਾਨੂੰ ਰੋਗ ਵਿਆਪਦੇ ਹਨ, ਪਰੇਸ਼ਾਨੀਆਂ, ਦਿੱਕਤਾਂ, ਟੈਨਸ਼ਨਾਂ, ਮੁਸ਼ਕਲਾਂ ਆਉਂਦੀਆਂ ਹਨ। ਕਿਉਂ ਆਉਂਦੀਆਂ ਹਨ? ਕਿ ਜਿਹੜਾ ਸਾਡਾ ਆਪਣਾ ਮੂਲ ਸਰੂਪ ਹੈ, ਵਾਸਤਵਿਕ ਸਰੂਪ ਹੈ, ਉਸ ਸਰੂਪ ਤੋਂ ਅਸੀਂ ਭੁੱਲੇ ਹੋਏ ਹਾਂ, ਭਟਕੇ ਹੋਏ। ਸਾਡਾ ਆਪਣਾ ਵਾਸਤਵਿਕ ਸਰੂਪ ਕੀ ਹੈ? ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਨ। ਸਾਡਾ ਭਾਈ ਵਾਸਤਵਿਕ ਸਰੂਪ ਕੀ ਹੈ? ਜੋਤ ਸਰੂਪ ਹੈ। ਜੋਤ ਸਰੂਪ ਕਿਹਨੂੰ ਕਹਿੰਦੇ ਹਨ? ਸਤ ਚਿਤ ਆਨੰਦ ਸਰੂਪ ਨੂੰ। ਉਸ ਪਰਮ ਪਿਤਾ ਪਰਮਾਤਮਾ ਨੇ ਸਾਡੇ ਉੱਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਰਹਿਮਤ ਕੀਤੀ ਕਿ ਸਾਨੂੰ ਇਹ ਇੰਨਾ ਸੁੰਦਰ ਮਨੁੱਖ ਜਨਮ ਬਖਸ਼ਿਆ, ਜਿਸ ਮਨੁੱਖ ਜਨਮ ਦੇ ਵਿੱਚ ਆ ਕਰਕੇ ਅਸੀਂ ਉਸ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ। ਸਤ ਕਹਿੰਦੇ ਹਨ ਉਹ ਪਰਮ ਪਿਤਾ ਪਰਮਾਤਮਾ। ਉਸ ਪਰਮ ਪਿਤਾ ਪਰਮਾਤਮਾ ਦੀ ਉਸ ਇੱਕ ਦੀ ਪ੍ਰਾਪਤੀ ਕਿੱਦਾਂ ਹੁੰਦੀ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਦੁਆਰਾ। ਪ੍ਰਸਾਦ ਕਹਿੰਦੇ ਹਨ ਕਿਰਪਾ ਨੂੰ। ਜਿੰਨਾ ਚਿਰ ਤੱਕ ਸਾਡੇ ਉੱਤੇ ਕਿਸੇ ਗੁਰਮੁਖ ਪਿਆਰੇ ਦੀ, ਸਤਿਪੁਰਸ਼ ਦੀ, ਮਹਾਂਪੁਰਸ਼ ਦੀ ਕਿਰਪਾ ਨਹੀਂ ਹੋ ਜਾਂਦੀ, ਉਸ ਮਾਲਕ ਦੀ ਸਾਡੇ ਉੱਤੇ ਕਿਰਪਾ ਨਹੀਂ ਹੁੰਦੀ, ਬਖਸ਼ਿਸ਼ ਨਹੀਂ ਹੁੰਦੀ, ਉਹਨਾਂ ਚਿਰ ਤੱਕ ਭਾਵੇਂ ਅਸੀਂ ਜਿੰਨੇ ਮਰਜ਼ੀ ਪ੍ਰਯਤਨ ਕਰ ਲਈਏ, ਭਾਈ ਅਸੀਂ ਉਸ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜਦੋਂ ਸਾਡੇ ਉੱਤੇ ਗੁਰੂ ਕਿਰਪਾ ਕਰਦਾ ਹੈ, ਗੁਰੂ ਬਖਸ਼ਿਸ਼ ਕਰਦਾ ਹੈ, ਗੁਰੂ ਰਹਿਮਤ ਕਰਦਾ ਹੈ, ਗੁਰੂ ਦੀ ਕਿਰਪਾ ਦੇ ਦੁਆਰਾ, ਗੁਰੂ ਦੀ ਬਖਸ਼ਿਸ਼ ਦੇ ਦੁਆਰਾ, ਗੁਰੂ ਦੀ ਰਹਿਮਤ ਦੇ ਦੁਆਰਾ ਅਸੀਂ ਉਸ ਪਰਮ ਪਿਤਾ ਪਰਮਾਤਮਾ ਜਿਹੜਾ ਸਤਿਚਿਤ ਆਨੰਦ ਸਰੂਪ ਹੈ, ਕਿਉਂਕਿ ਜੋ ਉਸ ਪਰਮ ਪਿਤਾ ਪਰਮਾਤਮਾ ਦਾ ਸਰੂਪ ਹੈ ਉਹੀ ਸਾਡਾ ਸਰੂਪ ਹੈ। ਅਸੀਂ ਆਪਣੇ ਉਸ ਸਤਿਚਿਤ ਆਨੰਦ ਸਰੂਪ ਨੂੰ ਭੁੱਲ ਕਰਕੇ ਇਸ ਸਰੀਰ ਨੂੰ ਸਾਰਾ ਕੁਝ ਸਮਝ ਕਰਕੇ ਬੈਠੇ ਹਾਂ ਕਿ ਇਹ ਸਰੀਰ ਹੀ ਮੈਂ ਹਾਂ। ਪਰ ਇਸ ਸਰੀਰ ਦੇ ਪਿੱਛੇ ਵੀ ਕੁਛ ਹੈ, ਜਿਸ ਦੇ ਬਾਰੇ ਹੁਣੇ ਆਪਾਂ ਭਾਈ ਸਾਹਿਬ ਜੀ ਦੇ ਕੋਲੋਂ ਸ਼ਰਵਣ ਕਰ ਰਹੇ ਸੀ। ਜਾਗ ਲੇਹੋ ਰੇ ਮਨਾ ਜਾਗ ਲੇਹੋ, ਕਹਾਂ ਗਾਫਲ ਸੋਇਆ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਹੇ ਭਾਈ ਜਾਗਣਾ ਕਰੋ। ਕਿਸ ਤੋਂ ਜਾਗਣਾ ਕਰੋ? ਜਿਹੜੀ ਅਸੀਂ ਸੰਸਾਰ ਦੀ ਮੋਹ ਰੂਪੀ ਨਿੰਦਰਾ ਦੇ ਵਿੱਚ ਸੁੱਤੇ ਹੋਏ ਹਾਂ, ਉਸ ਮੋਹ ਰੂਪੀ ਨਿੰਦਰਾ ਦੇ ਵਿੱਚੋਂ ਜਾਗਣਾ ਕਰੀਏ। ਜਾਗ ਲੇਹੋ ਰੇ ਮਨਾ ਜਾਗ ਲੇਹੋ, ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਪੀ ਸੰਗ ਨਾ ਹੋਏ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਿਹੜਾ ਤਨ ਕਹਿੰਦੇ ਹਨ ਸਰੀਰ ਨੂੰ, ਜਿਹੜਾ ਕਹਿੰਦੇ ਇਹ ਸਰੀਰ ਸਾਡੇ ਨਾਲ ਪੈਦਾ ਹੋਇਆ ਸੀ। ਹੁਣ ਇੱਥੇ ਪ੍ਰਸ਼ਨ ਹੁੰਦਾ ਹੈ, ਅਗਰ ਸਰੀਰ ਸਾਡੇ ਨਾਲ ਪੈਦਾ ਹੋਇਆ ਤਾਂ ਅਸੀਂ ਕੌਣ? ਅਰਥਾਤ ਇਹ ਜਿਹੜਾ ਸਰੀਰ ਹੈ, ਇਹ ਸਰੀਰ ਸਾਡੇ ਨਾਲ ਪੈਦਾ ਹੋਇਆ, ਅਸੀਂ ਕੌਣ ਹਾਂ? ਸਾਨੂੰ ਆਪਣੇ ਆਪ ਦਾ ਹੀ ਪਤਾ ਨਹੀਂ ਕਿ ਅਸੀਂ ਕੌਣ ਹਾਂ। ਅਸੀਂ ਇਸ ਸਰੀਰ ਨੂੰ ਸਭ ਕੁਝ ਮੰਨ ਕੇ ਬੈਠੇ। ਵਾਸਤਵਿਕ ਦੇ ਵਿੱਚ ਇਹ ਜਿਹੜਾ ਸਰੀਰ ਹੈ ਇਹ ਕੁਝ ਸਮੇਂ ਵਾਸਤੇ ਸਾਨੂੰ ਮਿਲਿਆ ਹੈ। ਅੱਜ ਤੱਕ ਪਤਾ ਨਹੀਂ ਅਸੀਂ ਕਿੰਨੇ ਕੁ ਹਜ਼ਾਰਾਂ ਲੱਖਾਂ ਸਰੀਰ ਧਾਰਨ ਕੀਤੇ ਹਨ, ਕਿੰਨੇ ਕੁ ਹਜ਼ਾਰਾਂ ਲੱਖਾਂ ਸਰੀਰ ਤਿਆਗੇ, ਜਿਸ ਦੇ ਬਾਰੇ ਭਗਵਾਨ ਕ੍ਰਿਸ਼ਨ ਗੀਤਾ ਦੇ ਵਿੱਚ ਕਥਨ ਕਰਦੇ ਹਨ। ਵਾ ਸ਼ਾਂਸੀ ਜੀਰਣਾ ਨੀ ਜਥਾ ਵਿਹਾਇਆ, ਨਵਾ ਨੀ ਗ੍ਰਿਹਣਾਤੀ ਨਰੋ ਪ੍ਰਾਣੀ, ਤਥਾ ਸ਼ਰੀਰਾਣੀ ਵਿਹਾਇਆ ਜੀਰਣਾ, ਨਿਆ ਨਿਆਨੀ ਸੰਜਾਤੀ ਨਵਾਨੀ ਦੇਹ। ਵਾ ਸ਼ਾਂਸੀ ਕਹਿੰਦੇ ਹਨ ਵਸਤਰਾਂ ਨੂੰ, ਕੱਪੜਿਆਂ ਨੂੰ। ਅਸੀਂ ਵਸਤਰ ਸਵਾਉਂਦੇ ਹਾਂ, ਪਾਉਂਦੇ ਹਾਂ, ਹੰਡਾਉਂਦੇ ਹਾਂ, ਫਿਰ ਉਹ ਜਿਹੜੇ ਵਸਤਰ ਹਨ ਪੁਰਾਣੇ ਹੋ ਜਾਂਦੇ ਹਨ, ਫਟ ਜਾਂਦੇ ਹਨ, ਉਹਨਾਂ ਵਸਤਰਾਂ ਨੂੰ ਤਿਆਗ ਦਿੰਦੇ ਹਾਂ, ਫਿਰ ਨਵੇਂ ਵਸਤਰ ਧਾਰਨ ਕਰ ਲੈਂਦੇ। ਇਸੇ ਤਰ੍ਹਾਂ ਹੀ ਜਿਹੜੀ ਜੀਵ ਆਤਮਾ ਹੈ, ਉਹ ਜੀਵ ਆਤਮਾ ਇਸ ਸਰੀਰ ਨੂੰ ਧਾਰਨ ਕਰਦੀ ਹੈ। ਜਿੰਨਾ ਚਿਰ ਤੱਕ ਇਸ ਸਰੀਰ ਦੀ ਪ੍ਰਾਰਬਧ ਹੁੰਦੀ ਹੈ, ਉਹਨਾਂ ਚਿਰ ਤੱਕ ਇਹ ਸਰੀਰ ਚੱਲਦਾ ਹੈ। ਫਿਰ ਜੀਵ ਆਤਮਾ ਇਸ ਸਰੀਰ ਨੂੰ ਤਿਆਗ ਕਰਕੇ ਨਵੇਂ ਸਰੀਰ ਨੂੰ ਧਾਰਨ ਕਰ ਲੈਂਦੀ। ਗ੍ਰੰਥਾਂ ਦੇ ਵਿੱਚ ਸਾਡੇ 3 ਸਰੀਰ ਦੱਸੇ ਗਏ ਹਨ।
ਸਥੂਲ ਸਰੀਰ, ਸੂਖਸ਼ਮ ਸਰੀਰ ਅਤੇ ਕਾਰਨ ਸਰੀਰ। ਸਥੂਲ ਸਰੀਰ ਕਹਿੰਦੇ ਹਨ ਜਿਸ ਦੇ ਵਿੱਚ ਅਸੀਂ ਖਾਂਦਿਆਂ ਪੀਂਦਿਆਂ ਚਲਦਿਆਂ ਫਿਰਦਿਆਂ ਹੱਸਦਿਆਂ ਖੇਡਦਿਆਂ ਵਰਤਦੇ ਹਾਂ, ਉਸ ਨੂੰ ਕਹਿੰਦੇ ਹਨ ਸਥੂਲ ਸਰੀਰ। ਸੂਖਸ਼ਮ ਸਰੀਰ ਕਿਹੜਾ ਹੈ? ਜਦੋਂ ਅਸੀਂ ਰਾਤ ਨੂੰ ਸੌਂ ਜਾਂਦੇ ਹਾਂ ਪਰ ਜਗ੍ਹਾ ਜਗ੍ਹਾ 'ਤੇ ਅਸੀਂ ਸੈਰਾਂ ਕਰਦੇ ਹਾਂ, ਜਗ੍ਹਾ ਜਗ੍ਹਾ ਘੁੰਮਦੇ ਹਾਂ, ਅਸੀਂ ਤਾਂ ਆਪਣੇ ਕਮਰੇ 'ਚ ਪਏ ਹਾਂ, ਉੱਥੇ ਸਾਡਾ ਕਿਹੜਾ ਸਰੀਰ ਘੁੰਮਦਾ ਹੈ? ਸੂਖਸ਼ਮ ਸਰੀਰ। ਫਿਰ ਉਸ ਦੇ ਪਿੱਛੇ ਤੀਸਰਾ ਸਰੀਰ ਹੈ ਕਾਰਨ ਸਰੀਰ। ਜਦੋਂ ਅਸੀਂ ਗਹਿਰੀ ਨੀਂਦ ਦੇ ਵਿੱਚ ਸੌਂ ਜਾਂਦੇ ਹਾਂ ਉਸ ਟਾਈਮ ਸਾਡਾ ਜਿਹੜਾ ਮਾਤਰ ਕਾਰਨ ਅਗਿਆਨ ਹੈ ਉਹ ਕਾਰਨ ਸਰੀਰ ਮੰਨਿਆ ਜਾਂਦਾ। ਜਿਹੜਾ ਸਥੂਲ ਸਰੀਰ ਹੈ ਇਹ ਜੀਵ ਬਾਰ-ਬਾਰ ਧਾਰਨ ਕਰਦਾ ਹੈ ਅਤੇ ਬਾਰ-ਬਾਰ ਤਿਆਗਦਾ ਹੈ, ਪਰ ਜਿਹੜਾ ਸੂਖਸ਼ਮ ਸਰੀਰ ਅਤੇ ਕਾਰਨ ਸਰੀਰ ਹੈ ਇਹ ਜਿੰਨਾ ਚਿਰ ਤੱਕ ਮੁਕਤੀ ਨਹੀਂ ਹੋ ਜਾਂਦੀ ਉਨਾ ਚਿਰ ਤੱਕ ਕਿਸੇ ਵੀ ਜੀਵ ਦੇ ਇਹ ਸਰੀਰ ਨਾਸ਼ ਨਹੀਂ ਹੁੰਦੇ। ਇਹ ਅਵਸ਼ ਹੈ ਕਿ ਉਸ ਦੇ ਸਰੀਰ ਦੇ ਵਿੱਚ ਵਾਧਾ ਘਾਟਾ ਹੁੰਦਾ ਰਹਿੰਦਾ ਹੈ। ਜਿਸ ਤਰ੍ਹਾਂ ਅਸੀਂ ਸਰਪ ਨੂੰ ਲੈ ਲਈਏ, ਨਾ ਉਸ ਦੇ ਕੋਲ ਪੈਰ ਹਨ, ਨਾ ਹੱਥ ਹਨ, ਨਾ ਕੰਨ ਹਨ। ਕਿਉਂ ਨਹੀਂ ਹਨ? ਕਿਉਂਕਿ ਉਸ ਦੇ ਕਰਮਾਂ ਦੇ ਖਾਤੇ ਦੇ ਵਿੱਚ ਇੰਨੇ ਸ਼ੁਭ ਕਰਮ ਨਹੀਂ ਸਨ ਕਿ ਉਸ ਨੂੰ ਪੈਰ ਦਿੱਤੇ ਜਾਣ, ਹੱਥ ਦਿੱਤੇ ਜਾਣ, ਕੰਨ ਦਿੱਤੇ ਜਾਣ। ਇਸ ਵਾਸਤੇ ਸਾਡੇ ਸੂਖਸ਼ਮ ਸਰੀਰ ਦੇ ਵਿੱਚ ਵਾਧਾ ਘਾਟਾ ਹੁੰਦਾ ਰਹਿੰਦਾ ਹੈ, ਪਰ ਸੂਖਸ਼ਮ ਸਰੀਰ ਨਾਸ਼ ਨਹੀਂ ਹੁੰਦਾ। ਜਿੰਨਾ ਚਿਰ ਤੱਕ ਮੁਕਤੀ ਨਹੀਂ ਹੋ ਜਾਂਦੀ ਉਹਨਾਂ ਚਿਰ ਤੱਕ ਸੂਖਸ਼ਮ ਅਤੇ ਕਾਰਨ ਸਰੀਰ ਦੋਨੋਂ ਬਣੇ ਰਹਿੰਦੇ ਹਨ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਜੋ ਤਨ ਉਪਜਿਓ ਸੰਗ ਹੀ। ਜਿਹੜਾ ਤਨ ਇਹ ਸਥੂਲ ਸਰੀਰ ਸਾਡੇ ਨਾਲ ਪੈਦਾ ਹੋਇਆ ਹੈ ਇਹ ਸਰੀਰ ਨੇ ਵੀ ਸਾਡੇ ਨਾਲ ਨਹੀਂ ਜਾਣਾ, ਇਸ ਸਰੀਰ ਨੇ ਵੀ ਸਾਨੂੰ ਛੱਡ ਜਾਣਾ ਹੈ। ਇਸ ਵਾਸਤੇ ਅਸੀਂ ਉਸ ਸਰੀਰ ਨੇ ਵੀ ਸਾਨੂੰ ਛੱਡ ਜਾਣਾ। ਇਸ ਸਰੀਰ ਦੇ ਛੱਡਣ ਤੋਂ ਬਾਅਦ ਅਸੀਂ ਜਿੱਥੇ ਜਾਣਾ ਹੈ ਕਿ ਅਸੀਂ ਉਸ ਦੇ ਬਾਰੇ ਕੁਝ ਆਪਣੇ ਕੋਲ ਇਕੱਠਾ ਕੀਤਾ, ਕੁਝ ਇਕੱਤਰਿਤ ਕੀਤਾ, ਕੁਝ ਪ੍ਰਾਪਤ ਕੀਤਾ। ਇਹ ਮਹਾਂਪੁਰਸ਼ ਇਹੋ ਜਿਹੇ ਮਹਾਨ ਕਾਰਜ, ਮਹਾਨ ਇਹੋ ਜਿਹੇ ਪ੍ਰੋਗਰਾਮ, ਗੁਰ ਭਗਤੀ, ਸ਼ਬਦ ਜਾਪ ਇਸੇ ਵਾਸਤੇ ਕਰਾਉਂਦੇ ਹਨ ਕਿ ਜਦੋਂ ਅਸੀਂ ਇਸ ਤਨ ਨੂੰ ਤਿਆਗ ਕਰਕੇ ਜਾਣਾ ਹੈ ਉਸ ਟਾਈਮ ਸਾਡੇ ਨਾਲ ਇਹੀ ਤਨ ਜਾਣਾ ਹੈ ਜਿਹੜਾ ਅਸੀਂ ਇੱਥੇ ਬੈਠ ਕਰਕੇ ਸਿਮਰਨ ਕਰ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਸੁਖਮਨੀ ਸਾਹਿਬ ਦਾ ਜਾਪ ਕਰਦੇ ਹਾਂ, ਮੂਲ ਮੰਤਰ ਦਾ ਜਾਪ ਕਰਦੇ ਹਾਂ, ਗੁਰ ਮੰਤਰ ਦਾ ਜਾਪ ਕਰਦੇ ਹਾਂ, ਸਤਸੰਗ ਕਰਦੇ ਹਾਂ, ਸੇਵਾ ਕਰਦੇ ਹਾਂ। ਇਹੀ ਤਨ ਭਾਈ ਉਸ ਸਮੇਂ ਸਾਡੇ ਨਾਲ ਜਾਣ। ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ, ਮਾਤ ਪਿਤਾ ਸੁਤ ਬੰਧ ਜਨ। ਕਹਿੰਦੇ ਜਿਹੜੀ ਸਾਡੀ ਮਾਤਾ ਹੈ, ਪਿਤਾ ਹੈ, ਸੁਤਮਣੇ ਪੁੱਤਰ ਹਨ, ਜਿਹੜੇ ਸਕੇ ਸੰਬੰਧੀ ਹਨ, ਉਹਨਾਂ ਨੇ ਕਿਸੇ ਨੇ ਵੀ ਸਾਡਾ ਸਾਥ ਨਹੀਂ ਦੇਣਾ। ਫਿਰ ਇਹ ਸਰੀਰ ਨੇ ਵੀ ਸਾਡਾ ਸਾਥ ਨਹੀਂ ਦੇਣਾ। ਜਿੱਥੇ ਅਸੀਂ ਇਸ ਸਰੀਰ ਨੂੰ ਵੀ ਤਿਆਗਣ ਤੋਂ ਬਾਅਦ ਜਾਣਾ ਹੈ ਉੱਥੇ ਜਾਣ ਵਾਸਤੇ ਸਾਡੇ ਕੋਲ ਕੁਛ ਨਾ ਕੁਛ ਧਨ ਇਕੱਤਰਿਤ ਜ਼ਰੂਰ ਹੋਣਾ ਚਾਹੀਦਾ ਹੈ। ਸੇਵਾ ਸਿਮਰਨ ਸਤਸੰਗ ਰੂਪੀ ਧਨ। ਇਸ ਕਰਕੇ ਜਿਹੜਾ ਇਹ ਸਰੀਰ ਹੈ ਇਸ ਸਰੀਰ ਦੇ ਨਾਲੋਂ ਅਸੀਂ ਅਲੱਗ ਹਾਂ। ਜਿਸ ਤਰ੍ਹਾਂ ਇੱਕ ਮਕਾਨ ਹੈ, ਮਕਾਨ ਦਾ ਮਾਲਕ ਮਕਾਨ ਦੇ ਨਾਲੋਂ ਅਲੱਗ ਹੈ। ਮਕਾਨ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਸਾਰੇ ਕੰਮਕਾਰ ਕਰਦਾ ਹੈ, ਪਰ ਆਪਣੇ ਆਪ ਨੂੰ ਉਹ ਮਕਾਨ ਨਹੀਂ ਮੰਨਦਾ। ਮਕਾਨ ਦੇ ਵਿੱਚ ਰਹਿੰਦਿਆਂ ਹੋਇਆਂ ਆਪਣਾ ਵਿਵਹਾਰ ਕਰਦਾ ਹੈ। ਇਸੇ ਤਰ੍ਹਾਂ ਜਿਹੜਾ ਸਰੀਰੀ ਹੈ ਉਹ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਦੇ ਸਾਰੇ ਕਾਰ ਵਿਵਹਾਰ ਕਰਦਾ ਹੈ, ਪਰ ਉਸ ਨੂੰ ਇਹ ਪਤਾ ਹੈ ਕਿ ਮੈਂ ਇਹ ਸਰੀਰ ਨਹੀਂ ਹਾਂ। ਇਹ ਸਰੀਰ ਮੈਨੂੰ ਕੁਝ ਸਮੇਂ ਵਾਸਤੇ ਮਿਲਿਆ ਹੈ, ਇਸ ਸਰੀਰ ਨੇ ਮੇਰਾ ਸਾਥ ਛੱਡ ਦੇਣਾ ਹੈ। ਇਸ ਕਰਕੇ ਭਾਈ ਉਹ ਇਨਸਾਨ ਆਪਣੇ ਉਸ ਸਤਿਚਿਤ ਆਨੰਦ ਸਰੂਪ ਦੀ ਖੋਜ ਕਰਦਾ ਹੈ ਕਿ ਮੈਂ ਨਿਜ ਸਰੂਪ ਕੀ ਹਾਂ, ਮੇਰਾ ਆਪਣਾ ਵਾਸਤਵਿਕ ਸਰੂਪ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮ ਪਿਤਾ ਪਰਮਾਤਮਾ ਇੱਕ ਹੈ, ਸਾਰੇ ਸੰਸਾਰ ਦੀ ਰੱਖਿਆ ਕਰਦਾ ਹੈ, ਪਾਲਣਾ ਕਰਦਾ ਹੈ। ਸਤਿਗੁਰ ਪ੍ਰਸਾਦ ਉਹ ਸਤਿਗੁਰੂ ਦੀ ਕਿਰਪਾ ਦੇ ਦੁਆਰਾ ਪ੍ਰਾਪਤ ਹੁੰਦਾ। ਅੱਗੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਸ਼ਲੋਕ ਮਹੱਲਾ ਨਾਵਾਂ। ਸ਼ਲੋਕ ਕਹਿੰਦੇ ਹਨ ਉਸ ਪਰਮ ਪਿਤਾ ਪਰਮਾਤਮਾ ਦਾ ਜਿਹੜਾ ਲੋਕ ਹੈ ਸਾ ਲੋਕ ਮੈਨੇ ਸੱਚਖੰਡ। ਉਸ ਸੱਚਖੰਡ ਨੂੰ ਪ੍ਰਾਪਤ ਕਰਨ ਵਾਸਤੇ ਇਹ ਸੀੜੀਆਂ ਹਨ, ਇਹ ਰਸਤਾ ਹੈ, ਮਾਰਗ ਹੈ। ਜਿਵੇਂ ਜਿਵੇਂ ਅਸੀਂ ਆਪਣੇ ਜੀਵਨ ਨੂੰ ਇਹਨਾਂ ਸ਼ਲੋਕਾਂ ਦੇ ਅਨੁਸਾਰ ਢਾਲਾਂਗੇ
ਉਵੇਂ ਉਵੇਂ ਭਾਈ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਕਰੀਬ ਪਹੁੰਚਦੇ ਜਾਵਾਂਗੇ। ਮਹੱਲਾ ਨੌਵਾਂ ਮੈਨੇ ਨੌਵੇਂ ਪਾਤਸ਼ਾਹ ਦੀ ਬਾਣੀ ਹੈ। ਨੌਵੇਂ ਪਾਤਸ਼ਾਹ ਕਥਨ ਕਰਦੇ ਹਨ, ਕੀ ਕਿਰਪਾ ਕਰਦੇ ਹਨ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ। ਅਸੀਂ ਸਾਰਿਆਂ ਨੇ ਹੀ ਇਸ ਸੰਸਾਰ ਦੇ ਵਿੱਚ ਇਹ ਜਿਹੜਾ ਮਨੁੱਖ ਜਨਮ ਪ੍ਰਾਪਤ ਕੀਤਾ ਹੈ, ਇਹ ਮਨੁੱਖ ਜਨਮ ਬਹੁਤ ਦੁਰਲਭ ਹੈ। ਇਹ ਨਹੀਂ ਕਿ ਹਰ ਕਿਸੇ ਨੂੰ ਇਹ ਮਨੁੱਖ ਜਨਮ ਪ੍ਰਾਪਤ ਹੋ ਜਾਵੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੇ ਦੇਵ। ਕਹਿੰਦੇ ਗੁਰੂ ਦੀ ਕਿਰਪਾ ਦੇ ਦੁਆਰਾ, ਗੁਰੂ ਦੀ ਸੇਵਾ ਦੇ ਦੁਆਰਾ, ਉਸ ਪਰਮੇਸ਼ਰ ਦੀ ਸੇਵਾ ਦੇ ਦੁਆਰਾ ਸਾਨੂੰ ਇਹ ਮਨੁੱਖ ਜਨਮ ਪ੍ਰਾਪਤ ਹੋਇਆ ਹੈ। ਅਸੀਂ ਇਸ ਮਨੁੱਖ ਜਨਮ ਦੇ ਵਿੱਚ ਆਉਣ ਵਾਸਤੇ ਜਿਹੜੇ ਸਵਰਗ ਦੇ ਵਿੱਚ ਰਹਿਣ ਵਾਲੇ ਦੇਵੀ ਦੇਵਤਾ ਹਨ ਉਹ ਵੀ ਤਰਸਦੇ। ਕਿਉਂ ਦੇਵੀ ਦੇਵਤਾ ਇਸ ਮਨੁੱਖ ਜਨਮ ਦੇ ਵਿੱਚ ਆਉਣ ਵਾਸਤੇ ਤਰਸਦੇ ਹਨ? ਕਿਉਂਕਿ ਮਨੁੱਖ ਨੂੰ ਛੱਡ ਕਰਕੇ ਬਾਕੀ ਜਿੰਨੀਆਂ ਵੀ 84 ਲੱਖ ਜੋਨੀਆਂ ਹਨ ਉਹ ਆਪਣੇ ਕੀਤੇ ਕਰਮਾਂ ਦਾ ਫਲ ਭੋਗ ਸਕਦੇ ਹਨ, ਅੱਗੇ ਵਾਸਤੇ ਨਵੇਂ ਕਰਮ ਨਹੀਂ ਕਰ ਸਕਦੇ। ਇਹ ਕੇਵਲ ਤਾਂ ਕੇਵਲ ਮਨੁੱਖ ਹੈ ਕਿ ਜਿਹੜਾ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਵੀ ਭੋਗਦਾ ਹੈ ਅਤੇ ਨਾਲ ਦੀ ਨਾਲ ਅੱਗੇ ਨਵੇਂ ਕਰਮ ਵੀ ਕਰਦਾ ਹੈ। ਇਹ ਮਨੁੱਖ ਪਿਛਲੇ ਜਨਮਾਂ ਦੇ ਕਰਮਾਂ ਦੇ ਕਾਰਨ ਪਰਤੰਤਰ ਹੈ, ਪਰ ਇਸ ਸੰਸਾਰ ਦੇ ਵਿੱਚ ਇਹ ਸੁਤੰਤਰ ਵੀ ਹੈ ਅੱਗੇ ਵਾਸਤੇ ਨਵੇਂ ਕਰਮ ਕਰਨ ਦੇ ਵਾਸਤੇ। ਕਿਸ ਤਰ੍ਹਾਂ ਸੁਤੰਤਰ ਹੈ? ਜਿਸ ਤਰ੍ਹਾਂ ਸਾਡੇ ਕੋਲ ਦੋ ਵਿਅਕਤੀ ਹਨ, ਦੋ ਭਰਾ ਹਨ, ਉਸ ਦੇ ਪਿਤਾ ਨੇ ਦੋਨਾਂ ਵਿਅਕਤੀਆਂ ਨੂੰ 1-1 ਲੱਖ ਰੁਪਈਆ ਦੇ ਦਿੱਤਾ। ਇੱਕ ਵਿਅਕਤੀ ਨੇ 1 ਲੱਖ ਰੁਪਈਆ ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਬਰਬਾਦ ਕਰ ਦਿੱਤਾ ਅਤੇ ਦੂਸਰੇ ਵਿਅਕਤੀ ਨੇ ਉਸ 1 ਲੱਖ ਦੇ ਦੁਆਰਾ ਹਜ਼ਾਰਾਂ ਲੱਖਾਂ ਕਮਾ ਲਏ, ਲੱਖਾਂਪਤੀ ਬਣ ਗਿਆ, ਕਰੋੜਾਂਪਤੀ ਬਣ ਗਿਆ ਅਤੇ ਉਸ ਦੇ ਵਿੱਚੋਂ ਧਰਮ ਦੇ ਨਾਂ ਤੇ ਦਾਨ ਕੀਤਾ, ਪੁੰਨ ਕੀਤਾ, ਆਪਣਾ ਜਿਹੜਾ ਜੀਵਨ ਸੀ ਉਸ ਨੂੰ ਸਫਲਿਆਂ ਕਰ ਲਿਆ। ਇਸੇ ਤਰ੍ਹਾਂ ਹੀ ਸਾਨੂੰ ਸਾਰਿਆਂ ਨੂੰ ਉਸ ਪਰਮ ਪਿਤਾ ਪਰਮਾਤਮਾ ਵੱਲੋਂ ਸਵਾਸਾ ਰੂਪੀ ਪੂੰਜੀ ਮਿਲੀ ਹੈ। ਉਸ ਪਰਮ ਪਿਤਾ ਪਰਮਾਤਮਾ ਨੇ ਸਾਨੂੰ ਇਹ ਸਵਾਸਾ ਰੂਪੀ ਪੂੰਜੀ ਦਿੱਤੀ ਹੈ। ਇਹਨਾਂ ਸਵਾਸਾਂ ਨੂੰ ਸਫਲਿਆਂ ਕਰਨਾ ਜਾਂ ਵਿਅਰਥ ਕਰਨਾ ਇਹ ਸਾਡੇ ਹੱਥ ਵਿੱਚ ਹੈ ਕਿ ਅਸੀਂ ਦਿਨ ਰਾਤ ਉਸ ਪਰਮਾਤਮਾ ਦੀ ਬੰਦਗੀ ਕਰਨੀ ਹੈ ਜਾਂ ਅਸੀਂ ਦਿਨ ਰਾਤ ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਦੌੜਨਾ ਹੈ। ਇਹ ਸਾਡੇ ਹੱਥ ਦੇ ਵਿੱਚ। ਜਿਵੇਂ ਜਿਵੇਂ ਅਸੀਂ ਸੰਸਾਰ ਦੇ ਵਿਸ਼ੇ ਵਿਕਾਰਾਂ ਵੱਲ ਦੌੜਾਂਗੇ ਤਾਂ ਸਾਡਾ ਇਹ ਜਿਹੜਾ ਮਨੁੱਖ ਜਨਮ ਹੈ ਉਹ ਵਿਅਰਥ ਚਲਿਆ ਜਾਵੇਗਾ। ਕਿਉਂ ਵਿਅਰਥ ਚਲਿਆ ਜਾਵੇਗਾ? ਕਿਉਂਕਿ ਇਹ ਮਨੁੱਖ ਜਨਮ ਕੇਵਲ ਤਾਂ ਕੇਵਲ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਮਿਲਿਆ। ਯਾ ਯਗ ਮਹਿ ਏਕੇ ਕੋ ਆਇਆ, ਜਨਮਤ ਮੋਹਿਓ ਮੋਹਨੀ ਮਾਇਆ। ਇਹ ਜੀਵ ਸੰਸਾਰ ਦੇ ਵਿੱਚ ਕੇਵਲ ਤਾਂ ਕੇਵਲ ਆਪਣਾ ਇੱਕ ਲਕਸ਼ ਲੈ ਕਰਕੇ ਆਇਆ ਸੀ ਕਿ ਮੈਂ ਸੰਸਾਰ ਦੇ ਵਿੱਚ ਜਾ ਕਰਕੇ ਉਸ ਪਰਮ ਪਿਤਾ ਪਰਮਾਤਮਾ ਦੇ ਗੁਣ ਗਾਵਾਂਗਾ, ਉਸ ਪਰਮੇਸ਼ਰ ਦੀ ਮਹਿਮਾ ਕਰਾਂਗਾ, ਉਸ ਪਰਮੇਸ਼ਰ ਦਾ ਨਾਮ ਜਪਾਂਗਾ। ਪਰ ਇਸ ਜੀਵ ਨੇ ਸੰਸਾਰ ਦੇ ਵਿੱਚ ਆਉਂਦਿਆਂ ਕੀ ਕੀਤਾ? ਸੰਸਾਰ ਦੀ ਮਾਇਆ ਨੇ ਇਸ ਜੀਵ ਨੂੰ ਮੋਹ ਲਿਆ। ਇਸ ਜੀਵ ਨੇ ਆਪਣਾ ਉਹ ਲਕਸ਼ ਤਿਆਗ ਦਿੱਤਾ ਅਤੇ ਸੰਸਾਰ ਦੇ ਵਿੱਚ ਅਨੇਕ ਲਕਸ਼ ਬਣਾ ਲਏ ਕਿ ਮੈਂ ਆਹ ਪ੍ਰਾਪਤ ਕਰ ਲਵਾਂ, ਉਹ ਪ੍ਰਾਪਤ ਕਰ ਲਵਾਂ, ਮੈਨੂੰ ਆਹ ਮਿਲ ਜਾਵੇ, ਮੈਨੂੰ ਉਹ ਮਿਲ ਜਾਵੇ। ਭਾਈ ਇਹ ਸਾਡੇ ਮਨ ਦੇ ਵਿੱਚ ਸ਼ੱਕ ਨਾ ਰਵੇ। ਜਿੰਨਾ ਚਿਰ ਤੱਕ ਸਾਡੀ ਮੁਕਤੀ ਨਹੀਂ ਹੋ ਜਾਂਦੀ ਉਹਨਾਂ ਚਿਰ ਤੱਕ ਸਾਡੇ ਕੋਲੋਂ ਸੰਸਾਰ ਕੋਈ ਨਹੀਂ ਖੋ ਸਕਦਾ। ਸੰਸਾਰ ਸਾਨੂੰ ਸੁਭਾਵਿਕ ਪ੍ਰਾਪਤ ਹੈ। ਬਾਰ-ਬਾਰ ਇਹ ਜੀਵ ਜੰਮਦਾ ਹੈ, ਬਾਰ-ਬਾਰ ਮਰਦਾ ਹੈ, ਅਨੇਕ ਸਰੀਰ ਧਾਰਨ ਕਰਦਾ ਹੈ, ਅਨੇਕਾਂ ਸਰੀਰਾਂ ਨੂੰ ਤਿਆਗਦਾ ਹੈ। ਇਹ ਸੰਸਾਰ ਸਾਡੇ ਕੋਲੋਂ ਕਿਸੇ ਨੇ ਨਹੀਂ ਖੋਹ ਲੈਣਾ। ਸੰਸਾਰ ਸਾਡੇ ਕੋਲ ਹੀ ਰਹਿਣਾ ਹੈ ਜਿੰਨਾ ਚਿਰ ਅਸੀਂ ਮੁਕਤ ਨਹੀਂ ਹੋ ਜਾਂਦੇ। ਇਸ ਵਾਸਤੇ ਅਸੀਂ ਦਿਨ ਰਾਤ ਦੀ ਦੌੜ ਦੇ ਵਿੱਚ ਕੀ ਕਰਨਾ ਹੈ ਕਿ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਨੀ ਹੈ। ਉਸ ਪਰਮਾਤਮਾ ਦੇ ਗੁਣ ਗਾਉਣੇ ਹਨ, ਉਸ ਪਰਮਾਤਮਾ ਦੀ ਮਹਿਮਾ ਗਾਉਣੀ। ਜਿਨ੍ਹਾਂ ਜੀਵਾਂ ਨੇ ਉਸ ਪਰਮਾਤਮਾ ਦੀ ਮਹਿਮਾ ਗਾਇਨ ਕੀਤੀ ਹੈ, ਸਤਿਗੁਰੂ ਪਾਤਸ਼ਾਹ ਜੀ ਉਹਨਾਂ ਦੇ ਬਾਰੇ ਕਥਨ ਕਰਦੇ ਹਨ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਦੋਂ ਅਸੀਂ ਧਰੂ ਦੀ ਅਵਸਥਾ ਦੇਖਦੇ ਹਾਂ, ਪ੍ਰਹਿਲਾਦ ਦੀ ਅਵਸਥਾ ਦੇਖਦੇ ਹਾਂ,
ਕਿ ਉਹਨਾਂ ਦੀ ਅਵਸਥਾ ਕਿਹੜੀ ਸੀ। ਬਚਪਨ ਦੇ ਵਿੱਚ ਹੀ ਉਹਨਾਂ ਨੇ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ, ਉਸ ਪਰਮਾਤਮਾ ਦੀ ਮਹਿਮਾ ਗਾਇਨ ਕਰਨੀ ਸ਼ੁਰੂ ਕਰ ਦਿੱਤੀ। ਜਿੰਨੀ ਦ੍ਰਿੜਤਾ, ਜਿੰਨਾ ਵਿਸ਼ਵਾਸ ਅਸੀਂ ਪ੍ਰਹਿਲਾਦ ਦੇ ਜੀਵਨ ਦੇ ਵਿੱਚ ਦੇਖਦੇ ਹਾਂ, ਕਿ ਉਹੋ ਜਿਹੀ ਦ੍ਰਿੜਤਾ ਸਾਡੇ ਅੰਦਰ ਹੈ। ਅੱਜ ਅਸੀਂ ਕਹਿੰਦੇ ਹਾਂ ਅਸੀਂ ਪਾਠ ਬਹੁਤ ਕਰਦੇ ਹਾਂ, ਸਿਮਰਨ ਬਹੁਤ ਕਰਦੇ ਹਾਂ, ਸਤਸੰਗ ਬਹੁਤ ਕਰਦੇ ਹਾਂ, ਬਾਣੀ ਬਹੁਤ ਪੜ੍ਹਦੇ ਹਾਂ, ਪਰ ਸਾਨੂੰ ਉਹ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਪਰ ਅਸੀਂ ਆਪਣੇ ਆਪਣੇ ਅੰਦਰ ਝਾਤੀ ਮਾਰ ਕੇ ਵਿਚਾਰ ਕਰਕੇ ਨਹੀਂ ਦੇਖਦੇ ਕਿ ਜਿੰਨੀ ਨਾਮ ਦੇ ਪ੍ਰਤੀ ਦ੍ਰਿੜਤਾ ਪ੍ਰਹਿਲਾਦ ਦੇ ਅੰਦਰ ਸੀ, ਜਿੰਨੀ ਨਾਮ ਦੇ ਪ੍ਰਤੀ ਦ੍ਰਿੜਤਾ ਧਰੂ ਦੇ ਅੰਦਰ ਸੀ, ਉਹੋ ਜੀ ਦ੍ਰਿੜਤਾ ਸਾਡੇ ਅੰਦਰ ਨਹੀਂ ਹੈ। ਜਿੰਨਾ ਚਿਰ ਤੱਕ ਸਾਡੇ ਅੰਦਰ ਨਾਮ ਦੇ ਪ੍ਰਤੀ, ਉਸ ਪਰਮਾਤਮਾ ਦੀ ਮਹਿਮਾ ਦੇ ਪ੍ਰਤੀ, ਉਸ ਪਰਮਾਤਮਾ ਦੇ ਗੁਣਾਂ ਦੇ ਪ੍ਰਤੀ ਦ੍ਰਿੜਤਾ ਨਹੀਂ ਆਉਂਦੀ, ਉਨਾ ਚਿਰ ਤੱਕ ਭਾਈ ਅਸੀਂ ਖੁਸ਼ ਪ੍ਰਾਪਤ ਨਹੀਂ ਕਰ ਸਕਦੇ। ਪੰਚਮ ਪਾਤਸ਼ਾਹ ਜੀ ਸੁਖਮਨੀ ਸਾਹਿਬ ਦੇ ਵਿੱਚ ਕਿਰਪਾ ਕਰਦੇ ਹਨ, ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਸ ਜੀਵ ਦੇ ਹਿਰਦੇ ਦੇ ਵਿੱਚ ਵਿਸ਼ਵਾਸ ਆ ਜਾਵੇ, ਸ਼ਰਧਾ ਆ ਜਾਵੇ, ਜਿਹੜਾ ਵਿਅਕਤੀ ਸ਼ਰਧਾਲੂ ਹੋ ਕਰਕੇ ਉਸ ਪਰਮਾਤਮਾ ਦਾ ਨਾਮ ਜਪਦਾ ਹੈ, ਸ਼ਰਧਾ ਦੇ ਸਹਿਤ ਨਾਮ ਜਪਦਾ ਹੈ, ਉਸ ਜੀਵ ਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ। ਇਹ ਵਸ਼ ਹੈ ਕਿ ਅਸੀਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਪਰ ਇਸ ਕੀਤੀ ਹੋਈ ਸੇਵਾ ਨੂੰ, ਕੀਤੇ ਹੋਏ ਸਿਮਰਨ ਨੂੰ, ਕੀਤੀ ਹੋਈ ਬੰਦਗੀ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਦ੍ਰਿੜਤਾ ਦੇ ਨਾਲ ਕਰਨਾ ਹੈ, ਵਿਸ਼ਵਾਸ ਦੇ ਨਾਲ ਕਰਨਾ ਹੈ। ਜਿਵੇਂ ਜਿਵੇਂ ਅਸੀਂ ਆਪਣੇ ਜੀਵਨ ਦੇ ਵਿੱਚ ਦ੍ਰਿੜਤਾ ਲਿਆਵਾਂਗੇ, ਵਿਸ਼ਵਾਸ ਲਿਆਵਾਂਗੇ, ਉਸ ਦ੍ਰਿੜਤਾ ਦੇ ਦੁਆਰਾ ਹੀ ਭਾਈ ਸਾਡਾ ਇਹ ਜਿਹੜਾ ਮਨੁੱਖ ਜਨਮ ਹੈ ਉਹ ਸਫਲ ਹੋਵੇਗਾ। ਨਹੀਂ ਤਾਂ ਇਹ ਮਨੁੱਖ ਜਨਮ ਜਿਹੜਾ ਸਾਡਾ ਹੈ ਉਹ ਬਿਰਥ ਚਲਿਆ ਜਾਵੇ। ਗੁਣ ਗੋਬਿੰਦ ਗਾਇਓ ਨਹੀਂ, ਇਹ ਨਾਮ ਦੀ ਅਰਾਧਨਾ ਨਹੀਂ ਕੀਤੀ, ਉਹਨਾਂ ਜੀਵਾਂ ਨੇ ਆਪਣਾ ਜਿਹੜਾ ਜੀਵਨ ਹੈ ਉਸ ਨੂੰ ਬਿਰਥ ਗਵਾ ਲਿਆ। ਦੂਸਰਾ ਅਰਥ ਮਹਾਂਪੁਰਸ਼ ਕਰਦੇ ਹਨ, ਗਿਆਨੀ ਜਨ ਕਰਦੇ ਹਨ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਉਸ ਪਰਮਾਤਮਾ ਦੇ ਗੁਣ ਗਾਇਨ ਕੀਤੇ ਹਨ, ਨਹੀਂ ਜਨਮ ਅਕਾਰਤ ਕੀਨ, ਉਹਨਾਂ ਨੇ ਆਪਣਾ ਜਨਮ ਅਕਾਰਤ ਨਹੀਂ ਗਵਾਇਆ। ਉਹਨਾਂ ਮਹਾਂਪੁਰਸ਼ਾਂ ਨੇ ਆਪਣੇ ਇਸ ਜੀਵਨ ਦਾ ਜਿਹੜਾ ਲਕਸ਼ ਸੀ, ਆਪਣੇ ਇਸ ਮਨੁੱਖ ਜਨਮ ਦਾ ਜਿਹੜਾ ਮਨੋਰਥ ਸੀ, ਉਸ ਨੂੰ ਪ੍ਰਾਪਤ ਕੀਤਾ ਹੈ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਇਸ ਸੰਸਾਰ 'ਤੇ ਆਇਆ ਹੋਇਆ ਕਿਹੜਾ ਵਿਅਕਤੀ ਸਫਲ ਹੈ। ਕਿਸ ਵਿਅਕਤੀ ਨੂੰ ਕਹੀਏ ਕਿ ਇਹ ਵਿਅਕਤੀ ਸੰਸਾਰ ਦੇ ਵਿੱਚ ਆਇਆ ਸੀ, ਇਸ ਵਿਅਕਤੀ ਦਾ ਆਉਣਾ ਸੰਸਾਰ 'ਤੇ ਸਫਲ ਹੋ ਗਿਆ। ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਪਨੀ। ਕਹਿੰਦੇ ਸੰਸਾਰ ਦੇ ਵਿੱਚ ਉਸ ਵਿਅਕਤੀ ਨੂੰ ਆਇਆ ਸਫਲਿਆ ਮੰਨਿਆ ਜਾਂਦਾ ਹੈ, ਜਿਸ ਦੀ ਰਸਨਾ ਤੋਂ ਹਰ ਸਮੇਂ ਹਰ ਖਿਆਣ ਉਸ ਪਰਮਾਤਮਾ ਦਾ ਨਾਮ ਚੱਲਦਾ ਹੈ, ਉਸ ਪਰਮੇਸ਼ਰ ਦੀ ਬੰਦਗੀ ਚੱਲਦੀ ਹੈ, ਉਸ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਚੱਲਦੀ। ਅਗਰ ਅਸੀਂ ਆਪਣਾ ਜੀਵਨ ਸਫਲਾ ਕਰਨਾ ਚਾਹੁੰਦੇ ਹਾਂ ਤਾਂ ਭਾਈ ਸਾਨੂੰ ਆਪਣੇ ਆਪਣੇ ਜੀਵਨ ਦੇ ਵਿੱਚ ਵਿਚਾਰ ਕਰਕੇ ਦੇਖਣੀ ਪਵੇਗੀ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਉਸ ਪਰਮ ਪਿਤਾ ਪਰਮਾਤਮਾ ਨੂੰ ਕਿੰਨਾ ਕੁ ਧਿਆਉਂਦੇ ਹਾਂ, ਸਾਡੇ ਜੀਵਨ ਦੇ ਵਿੱਚ ਉਹ ਨਾਮ ਕਿੰਨਾ ਕੁ ਚੱਲਦਾ ਹੈ, ਅਸੀਂ ਆਪਣੇ ਜੀਵਨ ਦੇ ਵਿੱਚ ਨਾਮ ਦੀ ਅਰਾਧਨਾ ਕਿੰਨੀ ਕੁ ਕਰਦੇ ਹਾਂ, ਸਾਡੀ ਰਸਨਾ 'ਤੇ ਨਾਮ ਕਿੰਨਾ ਕੁ ਚੱਲਦਾ ਹੈ। ਅਗਰ ਸਾਡੀ ਰਸਨਾ 'ਤੇ ਹਰ ਸਮੇਂ ਪਰਮੇਸ਼ਰ ਦਾ ਨਾਮ ਚੱਲਦਾ ਹੈ ਤਾਂ ਸਮਝ ਲੈਣਾ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਹੈ। ਅਗਰ ਸਾਡੇ ਜੀਵਨ ਦੇ ਵਿੱਚ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਨਹੀਂ ਚੱਲਦਾ, ਅਸੀਂ ਉਸ ਪਰਮਾਤਮਾ ਦੇ ਨਾਮ ਨੂੰ ਦਿਨ ਰਾਤ ਨਹੀਂ ਧਿਆਉਂਦੇ, ਤਾਂ ਅਸੀਂ ਆਪਣਾ ਜੀਵਨ ਜਿਹੜਾ ਹੈ ਇਹ ਮਨੁੱਖ ਜਨਮ ਹੈ ਉਸ ਨੂੰ ਬਿਰਥ ਗਵਾ ਦਿੱਤਾ, ਅਜਾਈਂ ਗਵਾ ਦਿੱਤਾ। ਕਿਉਂਕਿ ਇਹ ਜਿਹੜਾ ਮਨੁੱਖ ਜਨਮ ਹੈ ਉਹ ਬਾਰ-ਬਾਰ ਨਹੀਂ ਮਿਲਣਾ। ਜਿਹੜਾ ਮਨੁੱਖ ਜਨਮ ਹੈ ਇਹ 84 ਦਾ ਚੱਕਰ ਲਗਾਉਣ ਤੋਂ ਬਾਅਦ ਪ੍ਰਾਪਤ ਹੋਣਾ ਹੈ। ਪਤਾ ਨਹੀਂ ਅਸੀਂ ਕਿੰਨੇ 84 ਦੇ ਚੱਕਰ ਲਗਾਉਣ ਤੋਂ ਬਾਅਦ ਇਸ ਮਨੁੱਖ ਜਨਮ ਦੇ ਵਿੱਚ ਆਏ ਹਾਂ। ਇਸ ਮਨੁੱਖ ਦਾ ਜਨਮ ਦਾ ਜਿਹੜਾ ਲਾਹਾ ਹੈ ਪਰਮ ਪਿਤਾ ਪਰਮਾਤਮਾ ਦੇ ਨਾਮ ਦੀ ਅਰਾਧਨਾ, ਉਸ ਪਰਮੇਸ਼ਰ ਦੇ ਨਾਮ ਦੀ ਬੰਦਗੀ, ਜਿੰਨਾ ਚਿਰ ਤੱਕ ਅਸੀਂ ਉਸ ਪਰਮਾਤਮਾ ਦੇ ਨਾਮ ਨੂੰ ਨਹੀਂ ਧਿਆਵਾਂਗੇ, ਨਹੀਂ ਸਿਮਰਾਂਗੇ,
ਉਨਾ ਚਿਰ ਤੱਕ ਸਾਡਾ ਇਹ ਜਿਹੜਾ ਮਨੁੱਖ ਜਨਮ ਹੈ ਉਹ ਬਿਰਥ ਚਲਿਆ ਜਾਵੇਗਾ। ਗੁਣ ਗੋਬਿੰਦ ਗਾਇਓ ਨਹੀਂ। ਜਿਨ੍ਹਾਂ ਵਿਅਕਤੀਆਂ ਨੇ ਪ੍ਰਮਾਤਮਾ ਦੇ ਗੁਣ ਨਹੀਂ ਗਾਇਨ ਕੀਤੇ, ਜਨਮ ਅਕਾਰਤ ਕੀਨ, ਉਹਨਾਂ ਨੇ ਆਪਣਾ ਜਿਹੜਾ ਜਨਮ ਸੀ ਉਹਨੂੰ ਅਕਾਰਤ ਕਰ ਲਿਆ, ਬਿਅਰਥ ਗਵਾ ਲਿਆ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ। ਜਿਨ੍ਹਾਂ ਨੇ ਉਸ ਪ੍ਰਮਾਤਮਾ ਦੇ ਗੁਣ ਗਾਇਨ ਕੀਤੇ ਹਨ, ਉਹਨਾਂ ਨੇ ਆਪਣੇ ਮਨੁੱਖ ਜਨਮ ਨੂੰ ਅਜਾਈ ਨਹੀਂ ਗਵਾਇਆ, ਬਿਅਰਥ ਨਹੀਂ ਗਵਾਇਆ, ਆਪਣੇ ਮਨੁੱਖ ਜਨਮ ਨੂੰ ਸਫਲਿਆਂ ਕਰ ਲਿਆ। ਕਹੋ ਨਾਨਕ ਹਰਿ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ ਨੂੰ ਅਸੀਂ ਕਿਵੇਂ ਭਜਣਾ ਕਰੀਏ। ਭਜ ਦਾ ਅਰਥ ਹੈ ਭਜ ਸੇਵਾਯਾਮ, ਅਰਥਾਤ ਉਸ ਪਰਮਾਤਮਾ ਦੀ ਸੇਵਾ ਕਰਨੀ, ਬੰਦਗੀ ਕਰਨੀ, ਸਿਮਰਨ ਕਰਨਾ, ਅਰਾਧਨਾ ਕਰਨੀ। ਉਸ ਪਰਮ ਪਿਤਾ ਪਰਮਾਤਮਾ ਦੀ ਕਿਵੇਂ ਅਰਾਧਨਾ ਕਰੀਏ, ਕਿਵੇਂ ਸਿਮਰਨ ਕਰੀਏ। ਕਹਿੰਦੇ ਜਿਸ ਤਰ੍ਹਾਂ ਮੱਛੀ ਦਾ ਜਿਹੜਾ ਸੰਬੰਧ ਹੈ ਉਹ ਜਲ ਦੇ ਨਾਲ। ਇਹ ਨਹੀਂ ਕਿ ਜਲ ਦੇ ਵਿੱਚ ਇਕੱਲੀ ਮਛਲੀ ਰਹਿੰਦੀ ਹੈ, ਹੋਰ ਵੀ ਬਹੁਤ ਸਾਰੇ ਜੀਵ ਜੰਤੂ ਰਹਿੰਦੇ ਹਨ। ਜਿਹੜੇ ਜੀਵ ਜੰਤੂ ਪਾਣੀ ਤੋਂ ਬਿਨਾਂ ਵੀ ਬਹੁਤ ਸਮਾਂ ਕੱਢ ਲੈਂਦੇ ਹਨ, ਜਾਂ ਪਾਣੀ ਦੇ ਖਤਮ ਹੋ ਜਾਣ ਤੋਂ ਬਾਅਦ ਕਿਸੇ ਦੂਸਰੇ ਤਲਾਬ ਤੇ, ਕਿਸੇ ਦੂਸਰੇ ਸਰੋਵਰ ਤੇ, ਕਿਸੇ ਦੂਸਰੇ ਖੂਹ ਦੇ ਵਿੱਚ, ਕਿਸੇ ਦੂਸਰੇ ਜਲ ਦੇ ਸਰੋਤ ਦੇ ਵਿੱਚ ਜਾ ਕੇ ਪ੍ਰਵੇਸ਼ ਕਰ ਜਾਂਦੇ। ਪਰ ਜਿਹੜੀ ਮਛਲੀ ਹੈ ਉਸ ਦਾ ਕੀ ਕਾਰਨ ਹੈ ਕਿ ਉਹ ਜਦੋਂ ਪਾਣੀ ਨੂੰ ਤਿਆਗ ਦਿੰਦੀ ਹੈ, ਪਾਣੀ ਤੋਂ ਅਲੱਗ ਹੋ ਜਾਂਦੀ ਹੈ, ਤੜਫਣ ਲੱਗ ਜਾਂਦੀ ਹੈ, ਉਸ ਦਾ ਜੀਵਨ ਹੈ ਤਾਂ ਜਲ ਹੈ, ਪਾਣੀ, ਜਿਸ ਦੇ ਬਾਰੇ ਸਤਿਗੁਰੂ ਪਾਤਸ਼ਾਹ ਜੀ, ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਆਖਾਂ ਜੀਵਾਂ ਵਿਸਰੈ ਮਰ ਜਾਓ। ਕਹਿੰਦੇ ਜਦੋਂ ਮੈਂ ਉਸ ਪਰਮਾਤਮਾ ਦੀ ਸਿਫਤ ਕਰਦਾ ਹਾਂ, ਸਲਾਹ ਕਰਦਾ ਹਾਂ, ਉਸ ਪਰਮਾਤਮਾ ਨੂੰ ਧਿਆਉਂਦਾ ਹਾਂ, ਉਸ ਦੀ ਅਰਾਧਨਾ ਕਰਦਾ ਹਾਂ, ਉਹਨਾਂ ਚਿਰ ਤੱਕ ਮੇਰਾ ਜੀਵਨ ਹੈ। ਜਦੋਂ ਉਹ ਪਰਮਾਤਮਾ ਮੈਨੂੰ ਵਿਸਰ ਜਾਂਦਾ ਹੈ ਤਾਂ ਮੇਰੀ ਮੌਤ ਹੋ ਜਾਂਦੀ ਹੈ, ਮੇਰੀ ਮ੍ਰਿਤੂ ਆ ਜਾਂਦੀ ਹੈ। ਅਰਥਾਤ ਜਦੋਂ ਸਾਡੀ ਇਹੋ ਜਿਹੀ ਅਵਸਥਾ ਬਣ ਜਾਵੇ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਨਾਮ ਦੇ ਨਾਲ ਸਾਡਾ ਕਿਹੋ ਜਿਹਾ ਪਿਆਰ ਹੋਣਾ ਚਾਹੀਦਾ ਹੈ, ਜਿਹੋ ਜਿਹਾ ਮਛਲੀ ਦਾ ਪਾਣੀ ਦੇ ਨਾਲ ਹੈ। ਕਿਉਂਕਿ ਮਛਲੀ ਦਾ ਜੀਵਨ ਹੀ ਪਾਣੀ। ਜਦੋਂ ਉਸ ਨੂੰ ਅਸੀਂ ਜਲ ਤੋਂ ਅਲੱਗ ਕਰ ਦਿੰਦੇ ਹਾਂ, ਪਾਣੀ ਤੋਂ ਅਲੱਗ ਕਰ ਦਿੰਦੇ ਹਾਂ, ਤਾਂ ਮਛਲੀ ਤੜਫਣ ਲੱਗ ਜਾਂਦੀ ਹੈ। ਇਹ ਭਾਈ ਅਸੀਂ ਆਪਣੇ ਅੰਦਰ ਜੀਵਨ ਦੇ ਆਪਣੇ ਅੰਦਰ ਝਾਤੀ ਮਾਰ ਕੇ ਦੇਖਣੀ ਹੈ ਕਿ ਅਸੀਂ ਨਾਮ ਤੋਂ ਬਿਨਾਂ ਜਿਉਂਦੇ ਹਾਂ ਜਾਂ ਨਾਮ ਤੋਂ ਬਿਨਾਂ ਨਹੀਂ ਜਿਉਂਦੇ। ਕੀ ਨਾਮ ਤੋਂ ਬਿਨਾਂ ਸਾਡਾ ਸਰਦਾ ਹੈ, ਕੀ ਨਾਮ ਤੋਂ ਬਿਨਾਂ ਸਾਡਾ ਨਹੀਂ ਸਰਦਾ। ਅਗਰ ਸਾਡੇ ਜੀਵਨ ਦੇ ਵਿੱਚ ਜਿਹੜਾ ਆਧਾਰ ਹੈ ਉਹ ਨਾਮ ਦਾ ਹੈ, ਅਗਰ ਸਾਡੇ ਜੀਵਨ ਦੇ ਵਿੱਚ ਜਿਹੜਾ ਆਸਰਾ ਹੈ ਉਹ ਨਾਮ ਦਾ ਹੈ, ਅਗਰ ਅਸੀਂ ਮਛਲੀ ਦੀ ਤਰ੍ਹਾਂ ਉਸ ਪਰਮ ਪਿਤਾ ਪਰਮਾਤਮਾ ਨੂੰ ਭਜਦੇ ਹਾਂ ਜਿਵੇਂ ਮਛਲੀ ਪਾਣੀ ਨੂੰ ਭਜਦੀ ਹੈ, ਤਾਂ ਹੀ ਭਾਈ ਸਾਡੀ ਜਿਹੜੀ ਬੰਦਗੀ ਹੈ ਉਹ ਸਫਲੀ ਹੁੰਦੀ ਹੈ, ਸਾਡਾ ਜਿਹੜਾ ਮਨੁੱਖ ਜਨਮ ਹੈ ਉਹ ਸਫਲ ਹੁੰਦਾ। ਇਸ ਵਾਸਤੇ ਜਿਸ ਤਰ੍ਹਾਂ ਅਸੀਂ ਸੰਸਾਰ ਤੋਂ ਬਿਨਾਂ ਨਹੀਂ ਰਹਿ ਸਕਦੇ, ਇਹ ਨਹੀਂ ਕਿ ਸਾਨੂੰ ਉਸ ਪਿਆਰ ਨਹੀਂ ਕਰਨਾ ਆਉਂਦਾ, ਸਨੇਹ ਨਹੀਂ ਕਰਨਾ ਆਉਂਦਾ। ਅਸੀਂ ਮਛਲੀ ਦੀ ਤਰ੍ਹਾਂ ਪਿਆਰ ਕਰਦੇ ਹਾਂ, ਸਨੇਹ ਕਰਦੇ ਹਾਂ। ਕਿਹਨੂੰ ਕਰਦੇ ਹਾਂ? ਘਰ ਪਰਿਵਾਰ ਦੇ ਜੀਵਾਂ ਨੂੰ, ਸਕੇ ਸੰਬੰਧੀਆਂ ਨੂੰ, ਨਾਤੇ ਰਿਸ਼ਤੇਦਾਰਾਂ। ਜਿਹੋ ਜਿਹਾ ਅਸੀਂ ਪ੍ਰੇਮ ਪਿਆਰ ਆਪਣੇ ਸਕੇ ਸੰਬੰਧੀਆਂ, ਨਾਤੇ ਰਿਸ਼ਤੇਦਾਰਾਂ ਦੇ ਨਾਲ ਕਰਦੇ ਹਾਂ, ਅਗਰ ਉਹੋ ਜਿਹਾ ਪਿਆਰ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਕਰਨ ਲੱਗ ਪਵਾਂਗੇ ਤਾਂ ਹੀ ਭਾਈ ਸਾਡਾ ਮਨੁੱਖ ਜਨਮ ਸਫਲ ਹੋਵੇਗਾ। ਨਹੀਂ ਤਾਂ ਸਾਡਾ ਇਹ ਜਿਹੜਾ ਮਨੁੱਖ ਜਨਮ ਹੈ ਉਹ ਬਿਰਥ ਚਲਿਆ ਜਾਵੇਗਾ। ਵੇਖਿਆ ਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਇਹ ਜਿਹੜਾ ਜੀਵ ਹੈ ਇੱਕ ਨਿਮਖ ਮਾਤਰ ਵੀ ਉਦਾਸ ਨਹੀਂ ਹੁੰਦਾ, ਇੱਕ ਨਿਮਖ ਮਾਤਰ ਵੀ ਨਹੀਂ ਤਿਆਗਦਾ। ਕਿਹਨਾਂ ਨੂੰ? ਸੰਸਾਰ ਦੇ ਵਿਸ਼ੇ ਵਿਕਾਰਾਂ ਨੂੰ। ਭਾਈ ਜਿੰਨਾ ਚਿਰ ਤੱਕ ਅਸੀਂ ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਖਚਿਤ ਰਵਾਂਗੇ, ਉਨਾ ਚਿਰ ਤੱਕ ਅਸੀਂ ਅਧਿਆਤਮ ਦੇ ਵਿੱਚ ਕੁਛ ਪ੍ਰਾਪਤ ਨਹੀਂ ਕਰ ਸਕਦੇ। ਕਿਉਂ ਕਿ ਵਿਸ਼ੇ ਵਿਕਾਰਾਂ ਦਾ ਮਾਰਗ ਅਤੇ ਪਰਮਾਤਮਾ ਦਾ ਮਾਰਗ ਉਲਟਾ ਹੈ। ਅਗਰ ਅਸੀਂ ਸੰਸਾਰ ਦੇ ਵਿਸ਼ੇ ਵਿਕਾਰਾਂ ਵੱਲ ਦੌੜਾਂਗੇ ਤਾਂ ਉਸ ਪਰਮ ਪਿਤਾ ਪਰਮਾਤਮਾ ਤੋਂ ਦੂਰ ਹੋ ਜਾਵਾਂਗੇ।
ਅਗਰ ਅਸੀਂ ਉਸ ਪਰਮ ਪਿਤਾ ਪਰਮਾਤਮਾ ਵੱਲ ਦੌੜਾਂਗੇ ਤਾਂ ਸੰਸਾਰ ਦੇ ਵਿਸ਼ੇ ਵਿਕਾਰ ਸੁਭਾਵਿਕ ਹੈ ਛੁੱਟ ਜਾਣਗੇ। ਪਰ ਇਹ ਜਿਹੜੇ ਸੰਸਾਰ ਦੇ ਵਿਸ਼ੇ ਹਨ ਇਹ ਕਿਵੇਂ ਛੁੱਟਣਗੇ, ਜਿਸ ਦੇ ਬਾਰੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ। ਨਗਰ ਕਹਿੰਦੇ ਹਨ ਇੱਕ ਪਿੰਡ ਨੂੰ। ਇਸੇ ਤਰ੍ਹਾਂ ਹੀ ਇਹ ਜਿਹੜਾ ਸਾਡਾ ਸਰੀਰ ਹੈ ਇਸ ਨੂੰ ਵੀ ਪਿੰਡ ਕਹਿੰਦੇ। ਕਹਿੰਦੇ ਜਿਹੜਾ ਸਰੀਰ ਹੈ, ਜਿਸ ਤਰ੍ਹਾਂ ਨਗਰ ਦੇ ਵਿੱਚ ਅਨੇਕ ਵਿਅਕਤੀ ਵਸਦੇ ਹਨ, ਅਨੇਕਾਂ ਵਿਅਕਤੀਆਂ ਦਾ ਨਗਰ ਦੇ ਵਿੱਚ ਨਿਵਾਸ ਹੈ, ਉਸੇ ਤਰ੍ਹਾਂ ਹੀ ਸਾਡੇ ਇਸ ਸਰੀਰ ਦੇ ਵਿੱਚ ਅਨੇਕ ਵਿਸ਼ਿਆਂ ਦਾ ਨਿਵਾਸ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਮਦ ਮਤਸਰ ਈਰਖਾ ਰਾਗ ਦਵੇਸ਼, ਇਹ ਵਿਕਾਰ ਸਾਡੇ ਅੰਦਰ ਵਸਦੇ ਹਨ। ਇਹਨਾਂ ਸੰਸਾਰ ਦੇ ਵਿਸ਼ੇ ਵਿਕਾਰਾਂ ਨੂੰ ਅਸੀਂ ਕਿਵੇਂ ਖੰਡਿਤ ਕਰਾਂਗੇ, ਕਿਵੇਂ ਟੁਕੜੇ ਟੁਕੜੇ ਕਰਾਂਗੇ, ਕਿਵੇਂ ਇਹਨਾਂ ਵਿਕਾਰਾਂ ਤੋਂ ਅਸੀਂ ਬਚ ਸਕਦੇ ਹਾਂ? ਜਦੋਂ ਅਸੀਂ ਕਿਸੇ ਗੁਰਮੁਖ ਪਿਆਰੇ ਦੀ ਸੰਗਤ ਕਰਾਂਗੇ, ਜਿਹੜੇ ਗੁਰਮੁਖ ਪਿਆਰੇ ਉਸ ਪਰਮਾਤਮਾ ਦੇ ਨਾਲ ਜੁੜੇ ਹੋਏ। ਜਿੰਨਾ ਚਿਰ ਅਸੀਂ ਕਿਸੇ ਜੁੜੇ ਦੇ ਨਾਲ ਨਹੀਂ ਜੁੜਦੇ, ਉਹਨਾਂ ਚਿਰ ਤੱਕ ਭਾਈ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਨਹੀਂ ਜੁੜ ਸਕਦੇ। ਜਦੋਂ ਅਸੀਂ ਕਿਸੇ ਜੁੜੀ ਹੋਈ ਰੂਹ ਦੇ ਨਾਲ ਜੁੜਾਂਗੇ ਤਾਂ ਸੁਭਾਵਿਕ ਹੈ ਉਹ ਵਿਅਕਤੀ, ਉਹ ਗੁਰਮੁਖ ਪਿਆਰਾ ਜਿਵੇਂ ਉਸ ਆਪ ਪਰਮਾਤਮਾ ਦੇ ਨਾਲ ਜੁੜਿਆ ਹੈ, ਹੌਲੀ 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 ਉਹ ਸਾਨੂੰ ਵੀ ਉਸ ਪਰਮੇਸ਼ਰ ਦੇ ਨਾਲ ਜੋੜ ਦੇਵੇਗਾ। ਇਸ ਵਾਸਤੇ ਭਾਈ ਜਿਹੜੇ ਸੰਸਾਰ ਦੇ ਵਿਸ਼ੇ ਵਿਕਾਰ ਹਨ, ਜਿੰਨਾ ਚਿਰ ਤੱਕ ਅਸੀਂ ਇਹਨਾਂ ਵਿਸ਼ੇ ਵਿਕਾਰਾਂ ਨੂੰ ਨਹੀਂ ਤਿਆਗਾਂਗੇ, ਉਹਨਾਂ ਚਿਰ ਤੱਕ ਸਾਡੀ ਜਿਹੜੀ ਅਧਿਆਤਮ ਦੀ ਯਾਤਰਾ ਹੈ ਉਹ ਪ੍ਰਾਰੰਭ ਨਹੀਂ ਹੋਵੇਗੀ। ਕਹੋ ਨਾਨਕ ਬਜ ਹਰਿ ਮਨਾ, ਪਰੈ ਨ ਜਮ ਕੀ ਫਾਸ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਪਰੈ ਨ ਜਮ ਕੀ ਫਾਸ। ਕਹਿੰਦੇ ਉਸ ਵਿਅਕਤੀ ਨੂੰ ਜਮਾਂ ਦੀ ਫਾਂਸੀ ਨਹੀਂ ਪੈਂਦੀ। ਉਹਨਾਂ ਵਿਅਕਤੀਆਂ ਨੂੰ ਜਮ ਦੇ ਦੂਤ ਆ ਕਰਕੇ ਨਹੀਂ ਲੈ ਜਾਂਦੇ। ਕਿਹਨਾਂ ਨੂੰ? ਜਿਹੜੇ ਉਸ ਪਰਮਾਤਮਾ ਦੀ ਅਰਾਧਨਾ ਕਰਦੇ ਹਨ, ਉਸ ਪਰਮਾਤਮਾ ਦਾ ਸਿਮਰਨ ਕਰਦੇ ਹਨ, ਉਸ ਪਰਮਾਤਮਾ ਦਾ ਜਾਪ ਕਰਦੇ ਹਨ। ਕਿਉਂਕਿ ਜਿੱਥੇ ਪਰਮਾਤਮਾ ਦਾ ਨਾਮ ਚੱਲਦਾ ਹੈ ਉੱਥੇ ਜਮਦੂਤਾਂ ਦਾ ਪ੍ਰਵੇਸ਼ ਨਹੀਂ ਹੋ ਸਕਦਾ। ਇਸ ਵਾਸਤੇ ਅਗਰ ਅਸੀਂ ਜਮਾਂ ਦੀ ਫਾਂਸੀ ਤੋਂ ਬਚਣਾ ਚਾਹੁੰਦੇ ਹਾਂ, ਅਗਰ ਅਸੀਂ ਜਮਾਂ ਤੋਂ ਬਚਣਾ ਚਾਹੁੰਦੇ ਹਾਂ, ਨਰਕਾਂ ਤੋਂ ਬਚਣਾ ਚਾਹੁੰਦੇ ਹਾਂ, ਤਾਂ ਭਾਈ ਸਾਨੂੰ ਨਾਮ ਦੇ ਨਾਲ ਜੁੜਨਾ ਪਵੇਗਾ। ਜਿਵੇਂ ਜਿਵੇਂ ਅਸੀਂ ਨਾਮ ਦੀ ਅਰਾਧਨਾ ਕਰਾਂਗੇ, ਨਾਮ ਨੂੰ ਧਿਆਉਣਾ ਕਰਾਂਗੇ, ਜਿਵੇਂ ਜਿਵੇਂ ਸਾਡੇ ਹਿਰਦੇ ਦੇ ਵਿੱਚ ਨਾਮ ਚੱਲੇਗਾ, ਨਾਮ ਦੇ ਦੁਆਰਾ ਹੀ ਸਾਨੂੰ ਨਾਮੀ ਦੀ ਪ੍ਰਾਪਤੀ ਹੋਵੇਗੀ। ਅਤੇ ਜਦੋਂ ਸਾਨੂੰ ਨਾਮੀ ਦੀ ਪ੍ਰਾਪਤੀ ਹੋਵੇਗੀ ਤਾਂ ਹੀ ਅਸੀਂ ਜਮਾਂ ਦੀ ਫਾਂਸੀ ਤੋਂ ਬਚ ਸਕਾਂਗੇ। ਤਰਨ ਆਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਲਿਓ ਜਰਾ ਤਨ ਜੀਤ। ਕਹਿੰਦੇ ਜਿਹੜਾ ਜਰਾ ਮੈਨੇ ਬੁਢਾਪਾ ਸੀ ਉਸਨੇ ਤਨ ਨੂੰ ਜਿੱਤ ਲਿਆ। ਕਿਉਂ ਕਿ ਤਰਨ ਆਪੋ ਇਉਂ ਹੀ ਗਇਓ। ਜਿਹੜੀ ਤਰਨ ਅਵਸਥਾ ਸੀ, ਜਵਾਨੀ ਅਵਸਥਾ ਸੀ, ਉਹ ਜਵਾਨੀ ਅਵਸਥਾ ਅਸੀਂ ਬੇਕਾਰ ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਖਚਿਤ ਕਰ ਦਿੱਤੀ। ਕਿਉਂਕਿ ਜਿਹੜੀ ਜਵਾਨੀ ਅਵਸਥਾ ਹੈ ਇਹੀ ਸਾਡੇ ਕੋਲ ਇੱਕ ਮੌਕਾ ਹੈ। ਜਿਹੋ ਜਿਹਾ ਕੰਮ ਅਸੀਂ ਜਵਾਨੀ ਦੇ ਵਿੱਚ ਕਰ ਸਕਦੇ ਹਾਂ, ਬੁਢੇਪੇ ਦੇ ਵਿੱਚ ਉਹੋ ਜਿਹਾ ਕਾਰਜ ਕਦੀ ਨਹੀਂ ਕਰ ਸਕਦੇ। ਜਿੰਨੇ ਵੀ ਅਸੀਂ ਸੰਸਾਰ ਦੇ ਵਿੱਚ ਵਿਅਕਤੀ ਦੇਖਦੇ ਹਾਂ, ਜਿੰਨੇ ਵੀ ਅਸੀਂ ਇੱਥੇ ਵਿਅਕਤੀ ਬੈਠੇ ਹਾਂ, ਅਸੀਂ ਆਪਣੇ ਆਪਣੇ ਜੀਵਨ ਦੇ ਵਿੱਚ ਵਿਚਾਰ ਕਰਕੇ ਦੇਖੀਏ ਕਿ ਜਿਹੜਾ ਕੰਮ ਅਸੀਂ ਜਵਾਨੀ ਦੇ ਵਿੱਚ ਸਿੱਖ ਲਿਆ, ਜਿਹੜਾ ਕੰਮ ਅਸੀਂ ਜਵਾਨੀ ਦੇ ਵਿੱਚ ਕਰ ਲਿਆ, ਉਹ ਕੰਮ ਅਸੀਂ ਉਸੇ ਅਭਿਆਸ ਦੇ ਦੁਆਰਾ ਕਰਦਿਆਂ ਬਿਰਧ ਅਵਸਥਾ ਦੇ ਵਿੱਚ ਵੀ ਕਰਦੇ ਜਾਂਦੇ। ਅਰਥਾਤ ਜਿਹੜੇ ਕੰਮ ਅਸੀਂ ਜਵਾਨੀ ਦੇ ਵਿੱਚ ਕੀਤੇ ਹਨ ਉਹ ਬੁਢੇਪੇ ਦੇ ਵਿੱਚ ਸਾਨੂੰ ਕਰਨ ਵਾਸਤੇ ਕੋਈ ਪ੍ਰਯਤਨ ਨਹੀਂ ਜ਼ਿਆਦਾ ਕਰਨਾ ਪੈਂਦਾ। ਸੁਭਾਵਿਕ ਹੀ ਉਹ ਕੰਮ ਸਾਡੇ ਚੱਲਦੇ ਜਾਂਦੇ ਹਨ। ਕਿਉਂ ਕਿ ਉਸ ਕਾਰਜ ਨੂੰ ਕਰਨ ਦਾ ਸਾਡਾ ਸੁਭਾਅ ਬਣ ਜਾਂਦਾ ਹੈ, ਸਾਡੇ ਕੋਲ ਢੰਗ ਆ ਜਾਂਦਾ ਹੈ, ਸਾਡੀ ਰੋਜ਼ਾਨਾ ਦੀ ਰੁਟੀਨ ਦੇ ਵਿੱਚ ਆ ਜਾਂਦਾ। ਇਸੇ ਤਰ੍ਹਾਂ ਹੀ ਅਗਰ ਅਸੀਂ ਰੋਜ਼ਾਨਾ ਦੀ ਰੁਟੀਨ ਦੇ ਵਿੱਚ ਨਾਮ ਦੀ ਆਰਾਧਨਾ ਕਰਾਂਗੇ, ਨਾਮ ਨੂੰ ਧਿਆਉਣਾ ਕਰਾਂਗੇ, ਨਾਮ ਦਾ ਜਪ ਕਰਾਂਗੇ, ਬਾਣੀ ਪੜਾਂਗੇ, ਤਾਂ ਸੁਭਾਵਿਕ ਹੈ ਜਿਸ ਤਰ੍ਹਾਂ ਅਸੀਂ ਜਵਾਨੀ ਦੇ ਵਿੱਚ ਬਾਣੀ ਪੜ੍ਹੀ ਹੈ ਉਹ ਬੁਢੇਪੇ ਦੇ ਵਿੱਚ ਵੀ ਅਸੀਂ ਬੈਠੇ ਖਲੋਤੇ ਚੱਲਦੇ ਫਿਰਦੇ ਬਾਣੀ ਦੇ ਨਾਲ ਜੁੜੇ ਰਵਾਂਗੇ। ਅਗਰ ਅਸੀਂ ਆਪਣੀ ਜਵਾਨੀ ਨੂੰ ਸੰਭਾਲ ਲਿਆ
ਤਾਂ ਸੁਭਾਵਿਕ ਹੈ ਸਾਡਾ ਜਿਹੜਾ ਬੁਢੇਪਾ ਹੈ ਉਹ ਵੀ ਸੰਭਲ ਜਾਵੇ। ਅਗਰ ਅਸੀਂ ਆਪਣੀ ਜਵਾਨੀ ਨੂੰ ਵਿਅਰਥ ਗਵਾ ਲਿਆ, ਸੋਚੀਏ ਕਿ ਜਵਾਨੀ ਦੇ ਵਿੱਚ ਅਸੀਂ ਮौज ਮਸਤੀ ਕਰ ਲਈਏ, ਬੁਢੇਪੇ ਦੇ ਵਿੱਚ ਨਾਮ ਜਪ ਲਵਾਂਗੇ, ਭਾਈ ਜਿਹੜਾ ਕੰਮ ਅਸੀਂ ਜਵਾਨੀ ਦੇ ਵਿੱਚ ਕੀਤਾ ਹੈ ਉਸ ਦੀ ਸਾਨੂੰ ਆਦਤ ਬਣ ਜਾਂਦੀ ਹੈ, ਸੁਭਾਅ ਬਣ ਜਾਂਦਾ ਹੈ, ਫਿਰ ਬੁਢੇਪੇ ਦੇ ਵਿੱਚ ਉਸ ਨੂੰ ਤਿਆਗਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਬੁਢੇਪੇ ਦੇ ਵਿੱਚ ਫਿਰ ਨਾਮ ਜਪਣਾ, ਆਰਾਧਨਾ ਕਰਨੀ ਬਹੁਤ ਮੁਸ਼ਕਲ ਹੁੰਦੀ। ਜੋ ਅਸੀਂ ਜਵਾਨੀ ਦੇ ਵਿੱਚ ਕਾਰਜ ਕੀਤੇ ਹੁੰਦੇ ਹਨ ਉਹਨਾਂ ਵੱਲ ਨੂੰ ਹੀ ਸਾਡਾ ਦਿਨ ਰਾਤ ਮਨ ਦੌੜਦਾ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਜਿਨ੍ਹਾਂ ਨੇ ਆਪਣੀ ਜਵਾਨੀ ਵਿਅਰਥ ਗਵਾ ਲਈ ਉਹਨਾਂ ਦੇ ਸਰੀਰ ਨੂੰ ਜਰਾ ਅਰਥਾਤ ਬੁਢੇਪੇ ਨੇ ਜਿੱਤ ਲਿਆ। ਜਿਹੜਾ ਸਰੀਰ ਸੀ ਉਹ ਬਿਰਧ ਹੋ ਗਿਆ ਅਤੇ ਬਿਰਧ ਸਰੀਰ ਦੇ ਵਿੱਚ ਅਸੀਂ ਕੁਝ ਵੀ ਕਰਨ ਦੇ ਲਾਇਕ ਨਹੀਂ ਰਹਿੰਦੇ। ਕਹੋ ਨਾਨਕ ਭਜ ਹਰਿ ਮਨਾ, ਔਧ ਜਾਤ ਹੈ ਬੀਤ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਔਧ ਜਾਤ ਹੈ ਬੀਤ। ਔਧ ਕਹਿੰਦੇ ਹਨ ਉਮਰ ਨੂੰ, ਅਵਸਥਾ ਨੂੰ। ਕਹਿੰਦੇ ਜਿਹੜੀ ਸਾਡੀ ਔਧ ਹੈ, ਜਿਹੜੀ ਸਾਡੀ ਉਮਰ ਹੈ, ਜਿਹੜਾ ਸਾਨੂੰ ਮੌਕਾ ਮਿਲਿਆ ਹੈ ਉਸ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ, ਜਿਹੜਾ ਸਾਨੂੰ ਇਹ ਅਵਸਰ ਮਿਲਿਆ ਹੈ ਕਿ ਅਸੀਂ ਇਸ ਮਨੁੱਖ ਜਨਮ ਦੇ ਵਿੱਚ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਸਕੀਏ, ਉਸ ਔਧ ਨੂੰ, ਉਸ ਅਵਸਥਾ ਨੂੰ ਅਸੀਂ ਵਿਅਰਥ ਗਵਾ ਰਹੇ ਹਾਂ। ਕਿਉਂ ਵਿਅਰਥ ਗਵਾ ਰਹੇ ਹਾਂ? ਕਿਉਂਕਿ ਅਸੀਂ ਨਾਮ ਦੇ ਨਾਲ ਨਹੀਂ ਜੁੜਦੇ, ਉਸ ਪਰਮਾਤਮਾ ਦੇ ਗੁਣ ਨਹੀਂ ਗਾਉਂਦੇ। ਜਿਵੇਂ ਜਿਵੇਂ ਅਸੀਂ ਉਸ ਪਰਮਾਤਮਾ ਦੇ ਗੁਣ ਗਾਵਾਂਗੇ ਤਾਂ ਹੀ ਸਾਡੀ ਜਿਹੜੀ ਔਧ ਹੈ, ਜਿਹੜੀ ਸਾਡੀ ਉਮਰ ਹੈ, ਜਿਹੜੀ ਸਾਡੀ ਅਵਸਥਾ ਹੈ ਉਹ ਸਫਲੀ ਹੋਵੇਗੀ। ਅਗਰ ਅਸੀਂ ਆਪਣੇ ਜੀਵਨ ਦੇ ਵਿੱਚ ਉਸ ਪਰਮਾਤਮਾ ਦੀ ਆਰਾਧਨਾ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਸੇਵਾ ਨਹੀਂ ਕੀਤੀ, ਸਤਸੰਗ ਨਹੀਂ ਕੀਤਾ, ਤਾਂ ਜਿਹੜੀ ਸਾਨੂੰ ਇਹ ਔਧ ਮਿਲੀ ਹੈ, ਅਵਧੀ ਮਿਲੀ ਹੈ, ਸਮਾਂ ਮਿਲਿਆ ਹੈ, ਮੌਕਾ ਮਿਲਿਆ ਹੈ, ਇਸ ਮੌਕੇ ਨੂੰ ਅਸੀਂ ਵਿਅਰਥ ਗਵਾ ਲਿਆ। ਬਿਰਧ ਭਇਓ ਸੁਝੈ ਨਹੀਂ, ਕਾਲ ਪਹੁੰਚਿਓ ਆਨ। ਕਾਲ ਪਹੁੰਚਿਓ ਆਨ ਕਹਿੰਦੇ ਦਰਵਾਜ਼ੇ ਦੇ ਉੱਤੇ ਆ ਕਰਕੇ ਕਾਲ ਖੜਾ ਹੋ ਗਿਆ, ਕਿਉਂਕਿ ਬਿਰਧ ਹੋ ਗਿਆ। ਹੁਣ ਤੱਕ ਅਸੀਂ ਕੁਝ ਵੀ ਸੁਝਣਾ ਨਹੀਂ ਕੀਤਾ। ਅਰਥਾਤ ਆਪਣਾ ਜਿਹੜਾ ਜੀਵਨ ਸੀ, ਜਿਹੜਾ ਜੀਵਨ ਦਾ ਲਕਸ਼ ਸੀ, ਉਸ ਲਕਸ਼ ਨੂੰ ਦੇ ਵਿੱਚ ਬਾਲਪਨਾ ਵੀ ਗਵਾ ਦਿੱਤਾ, ਜਵਾਨੀ ਵੀ ਗਵਾ ਦਿੱਤੀ, ਬਿਰਧ ਅਵਸਥਾ ਆ ਗਈ। ਹੁਣ ਕਹਿੰਦੇ ਬਿਰਧ ਅਵਸਥਾ ਵੀ ਸਾਰੀ ਚਲੀ ਜਾ ਰਹੀ ਹੈ, ਮੌਤ ਸਿਰ ਤੇ ਆ ਕਰਕੇ ਖੜੀ ਹੋ ਗਈ ਹੈ। ਇਸ ਵਾਸਤੇ ਭਾਈ ਸਾਨੂੰ ਸਾਰਿਆਂ ਨੂੰ ਕੀ ਕਰਨਾ ਹੈ ਕਿ ਉਸ ਮੌਤ ਦੇ ਆਉਣ ਤੋਂ ਪਹਿਲਾਂ ਹੀ ਆਪਣਾ ਜਿਹੜਾ ਕਾਰਜ ਹੈ ਉਸ ਨੂੰ ਕਰ ਲੈਣਾ ਚਾਹੀਦਾ। ਸਾਡਾ ਸਾਰਿਆਂ ਦਾ ਇਸ ਸੰਸਾਰ ਦੇ ਵਿੱਚ ਆਉਣ ਦਾ ਕਾਰਜ ਕੀ ਹੈ? ਕਿਸ ਕਾਰਜ ਨੂੰ ਲੈ ਕਰਕੇ ਅਸੀਂ ਆਏ ਹਾਂ? ਕੇਵਲ ਤਾਂ ਕੇਵਲ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਨ। ਉਸ ਪਰਮਾਤਮਾ ਦੇ ਨਾਮ ਜਪਣ ਤੋਂ ਬਿਨਾਂ, ਉਸ ਪਰਮਾਤਮਾ ਦੇ ਗੁਣ ਗਾਇਨ ਕਰਨ ਤੋਂ ਬਿਨਾਂ ਅਸੀਂ ਜੋ ਕੁਝ ਵੀ ਸੰਸਾਰ ਦੇ ਵਿੱਚ ਕਰ ਰਹੇ ਹਾਂ ਇਹ ਸਾਡਾ ਕਿਤੇ ਕੀਤਾ ਅਰਥ ਨਹੀਂ ਆਉਣਾ, ਸਭ ਕੁਝ ਵਿਅਰਥ ਚਲਿਆ ਜਾਣਾ ਹੈ। ਅਗਰ ਅਸੀਂ ਇਸ ਮਨੁੱਖ ਜਨਮ ਨੂੰ ਸਫਲਿਆਂ ਕਰ ਲਿਆ ਤਾਂ ਸਮਝੋ ਅਸੀਂ ਇਸ ਮਨੁੱਖ ਜਨਮ ਦਾ ਲਾਹਾ ਪ੍ਰਾਪਤ ਕਰ ਲਿਆ। ਕਿਉਂਕਿ ਜਿਹੜੀ ਅਵਸਥਾ ਹੈ ਉਸਨੇ ਰੋਜ਼ਾਨਾ ਬਦਲਦੀ ਰਹਿਣਾ ਹੈ। ਜਦੋਂ ਤੋਂ ਜੀਵ ਪੈਦਾ ਹੁੰਦਾ ਹੈ ਹਰ ਕਸ਼ਣ ਦੇ ਵਿੱਚ ਉਸ ਦੇ ਜੀਵਨ ਦੇ ਵਿੱਚ, ਅਵਸਥਾ ਦੇ ਵਿੱਚ ਬਦਲਾਵ ਆਉਂਦਾ ਜਾਂਦਾ ਹੈ। ਹੌਲੀ ਹੌਲੀ ਬਚਪਨੇ ਤੋਂ ਜਵਾਨੀ ਆਉਂਦੀ ਹੈ, ਜਵਾਨੀ ਤੋਂ ਅਧਖੜ ਆਉਂਦੀ ਹੈ, ਬਿਰਧ ਅਵਸਥਾ ਆਉਂਦੀ ਹੈ ਅਤੇ ਉਸ ਤੋਂ ਬਾਅਦਾਂ ਉਹ ਵਿਅਕਤੀ ਕਾਲ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸ ਵਾਸਤੇ ਜਿਸ ਅਵਸਥਾ ਦੇ ਵਿੱਚ ਵੀ ਅਸੀਂ ਹਾਂ ਉਸੇ ਅਵਸਥਾ ਦੇ ਵਿੱਚ ਹੀ ਸਾਨੂੰ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਹੈ, ਉਸ ਪਰਮੇਸ਼ਰ ਦੇ ਨਾਲ ਜੁੜਨਾ ਚਾਹੀਦਾ ਹੈ। ਜਿਵੇਂ ਜਿਵੇਂ ਅਸੀਂ ਉਸ ਪਰਮਾਤਮਾ ਦੇ ਨਾਲ ਜੁੜਾਂਗੇ, ਪਰਮੇਸ਼ਰ ਦੀ ਆਰਾਧਨਾ ਕਰਾਂਗੇ, ਪਰਮੇਸ਼ਰ ਨੂੰ ਧਿਆਉਣਾ ਕਰਾਂਗੇ, ਤਾਂ ਹੀ ਭਾਈ ਸਾਡੇ ਅੰਦਰੋਂ ਜਿਹੜਾ ਕਾਲ ਦਾ ਡਰ ਹੈ ਉਹ ਖਤਮ ਹੋਵੇਗਾ। ਕਿਉਂਕਿ ਇਹ ਨਹੀਂ ਕਿ ਕਾਲ ਨੇ ਨਹੀਂ ਆਉਣਾ, ਇਸ ਸਰੀਰ ਨੇ ਨਹੀਂ ਜਾਣਾ। ਹਰ ਜੀਵ ਜਿਹੜਾ ਇਸ ਸੰਸਾਰ ਤੇ ਪੈਦਾ ਹੋਇਆ ਹੈ ਉਸਨੇ ਇੱਕ ਨਾ ਇੱਕ ਦਿਨ ਨਾਸ਼ ਨੂੰ ਅਵਸ਼ ਪ੍ਰਾਪਤ ਹੋਣਾ ਹੈ। ਪਰ ਜਿਹੜੇ ਜੀਵ ਆਪਣੇ ਲਕਸ਼ ਨੂੰ ਪ੍ਰਾਪਤ ਕਰਕੇ ਸੰਸਾਰ ਤੋਂ ਜਾਂਦੇ ਹਨ ਉਹਨਾਂ ਦਾ ਸੰਸਾਰ ਤੇ ਆਉਣਾ ਸਫਲਾ ਹੋ ਜਾਂਦਾ ਹੈ। ਕਹੋ ਨਾਨਕ ਨਰ ਬਾਵਰੇ, ਕਿਉ ਨਾ ਭਜੈ ਭਗਵਾਨ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਹੇ ਬਾਵਰੇ ਮਨੁੱਖ,
ਤੂੰ ਦਿਨ ਰਾਤ ਦੀ ਦੌੜ ਦੇ ਵਿੱਚ ਉਸ ਪਰਮ ਪਿਤਾ ਪਰਮਾਤਮਾ ਨੂੰ ਕਿਉਂ ਨਹੀਂ ਭਜਦਾ? ਤੂੰ ਦਿਨ ਰਾਤ ਦੀ ਦੌੜ ਦੇ ਵਿੱਚ ਸੰਸਾਰ ਵੱਲ ਕਿਉਂ ਦੌੜਦਾ ਹੈ? ਕਿਉਂਕਿ ਸੰਸਾਰ ਦੀ ਦੌੜ ਦੇ ਵਿੱਚ ਅਸੀਂ ਆਪਣੇ ਵਰਤਮਾਨ ਜੀਵਨ ਦੇ ਵਿੱਚ ਵੀ ਦੇਖਦੇ ਹਾਂ ਕਿ ਜਿਨ੍ਹਾਂ ਵਾਸਤੇ ਅਸੀਂ ਸਾਰਾ ਜੀਵਨ ਬਹੁਤ ਕੁਝ ਕਰਦੇ ਹਾਂ, ਉਹ ਵੀ ਵਿਅਕਤੀ ਸਾਨੂੰ ਧੋਖਾ ਦੇ ਜਾਂਦੇ। ਜਿਹੜੀਆਂ ਵਸਤੂਆਂ ਅਸੀਂ ਇਕੱਠੀਆਂ ਕਰਦੇ ਹਾਂ, ਉਹ ਵਸਤੂਆਂ ਸਾਨੂੰ ਧੋਖਾ ਦੇ ਜਾਂਦੀਆਂ ਹਨ। ਜਿਨ੍ਹਾਂ ਵਿਅਕਤੀਆਂ ਨੂੰ ਅਸੀਂ ਸਾਰਾ ਜੀਵਨ ਆਪਣਾ ਸਾਥੀ ਸਮਝਦੇ ਹਾਂ, ਉਹ ਵੀ ਧੋਖਾ ਦੇ ਜਾਂਦੇ ਹਨ। ਇਸ ਸੰਸਾਰ ਤੇ ਕੋਈ ਵੀ ਵਸਤੂ, ਕੋਈ ਵੀ ਵਿਅਕਤੀ, ਕੋਈ ਵੀ ਪਦਾਰਥ ਹਮੇਸ਼ਾ ਰਹਿਣ ਵਾਲਾ ਨਹੀਂ। ਅਸੀਂ ਸੁੱਖ ਕਿਹੜਾ ਚਾਹੁੰਦੇ ਹਾਂ? ਜਿਹੜਾ ਸੁੱਖ ਹਰ ਸਮੇਂ ਰਹਿੰਦਾ ਹੈ, ਹਰ ਜਗ੍ਹਾ ਰਹਿੰਦਾ ਹੈ, ਹਰ ਥਾਂ ਰਹਿੰਦਾ ਹੈ। ਉਹ ਸੁੱਖ ਕਿਹੜਾ ਹੀ ਕੀ ਹੈ? ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਜਿੰਨਾ ਚਿਰ ਤੱਕ ਸਾਡੀ ਟੇਕ ਉਸ ਪਰਮਾਤਮਾ ਤੇ ਨਹੀਂ ਟਿਕਦੀ, ਸੰਸਾਰ ਦੇ ਜੀਵਾਂ ਤੇ, ਸੰਸਾਰ ਦੀਆਂ ਵਸਤੂਆਂ ਤੇ, ਵਿਅਕਤੀਆਂ ਤੇ, ਪਦਾਰਥਾਂ ਤੇ ਟਿਕੀ ਹੋਈ ਹੈ। ਸੰਸਾਰ ਦੇ ਵਸਤੂ, ਵਿਅਕਤੀ, ਪਦਾਰਥ ਹਮੇਸ਼ਾ ਨਹੀਂ ਰਹਿੰਦੇ। ਕੋਈ ਵੀ ਸੰਸਾਰ ਦੀ ਵਸਤੂ, ਵਿਅਕਤੀ ਸਾਡਾ ਹਮੇਸ਼ਾ ਸਾਥ ਦੇਣ ਵਾਲਾ ਨਹੀਂ। ਸਾਡਾ ਹਮੇਸ਼ਾ ਸਾਥ ਦੇਣਾ ਹੈ ਤਾਂ ਕਿੰਨੇ ਦੇਣਾ ਹੈ? ਨਾਮ ਨੇ ਸਾਥ ਦੇਣਾ ਹੈ। ਜਿੱਥੇ ਅਸੀਂ ਇਸ ਸਕੇ ਸੰਬੰਧੀਆਂ ਦੀ ਗਲਦਾਂ ਦੂਰ ਦੀ, ਜਿੱਥੇ ਅਸੀਂ ਇਸ ਸਰੀਰ ਨੂੰ ਤਿਆਗ ਕਰਕੇ ਵੀ ਜਾਣਾ ਹੈ, ਉੱਥੇ ਸਾਡਾ ਸਾਥ ਕਿੰਨੇ ਦੇਣਾ ਹੈ? ਨਾਮ ਨੇ ਦੇਣਾ ਹੈ, ਉਸ ਪਰਮੇਸ਼ਰ ਨੇ ਦੇਣਾ। ਜਦੋਂ ਅਸੀਂ ਉਸ ਪਰਮਾਤਮਾ ਦੇ ਅਰਾਧੀ ਹੋ ਕਰਕੇ ਉਸ ਪਰਮਾਤਮਾ ਦੀ ਅਰਾਧਨਾ ਕਰਾਂਗੇ, ਜਿਨ੍ਹਾਂ ਜੀਵਾਂ ਨੇ ਉਸ ਪਰਮਾਤਮਾ ਦੇ ਨਾਮ ਦੀ ਅਰਾਧਨਾ ਕੀਤੀ ਹੈ, ਉਹਨਾਂ ਗੁਰਮੁਖਾਂ ਪਿਆਰਿਆਂ ਨੇ ਕੀ ਪ੍ਰਾਪਤ ਕੀਤਾ ਹੈ? ਉਹਨਾਂ ਗੁਰਮੁਖ ਪਿਆਰਿਆਂ ਨੇ ਆਪਣੇ ਜੀਵਨ ਨੂੰ ਸਫਲਿਆਂ ਕੀਤਾ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਭਾਈ ਅਸੀਂ ਆਪਣੇ ਇਸ ਜੀਵਨ ਦੇ ਲਕਸ਼ ਨੂੰ ਪ੍ਰਾਪਤ ਕਰੀਏ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਿਨ੍ਹਾਂ ਨੇ ਧਨ ਨੂੰ ਦਾਰਾ ਕਹਿੰਦੇ ਹਨ, ਪਤਨੀ ਨੂੰ ਸੰਪਤ ਕਹਿੰਦੇ ਹਨ, ਜਿਹੜੀਆਂ ਸੰਸਾਰ ਦੀਆਂ ਸੰਪਤੀਆਂ ਹਨ, ਵਸਤੂਆਂ ਹਨ, ਜਿਨ੍ਹਾਂ ਨੇ ਆਪਣੀਆਂ ਕਰਕੇ ਮੰਨੀਆਂ ਹਨ। ਅਰਥਾਤ ਜਿਹੜੇ ਸੰਸਾਰ ਦੇ ਵਿਅਕਤੀਆਂ ਨੂੰ, ਵਸਤੂਆਂ ਨੂੰ, ਪਦਾਰਥਾਂ ਨੂੰ ਆਪਣਾ ਮੰਨਦੇ ਹਨ, ਪਰ ਵਾਸਤਵ ਦੇ ਵਿੱਚ ਇਹਨਾਂ ਦੇ ਵਿੱਚ ਸਾਡਾ ਕੁਝ ਵੀ ਨਹੀਂ ਹੈ। ਜੋ ਕੁਝ ਵੀ ਸਾਨੂੰ ਮਿਲ ਰਿਹਾ ਹੈ, ਪਿਛਲੇ ਕਰਮਾਂ ਦੇ ਆਧਾਰ ਤੇ ਮਿਲ ਰਿਹਾ। ਅਸੀਂ ਕਹੀਏ ਇੱਕ ਧਨ ਇਕੱਠਾ ਕਰ ਲਿਆ, ਸਾਡੇ ਕੰਮ ਆਵੇਗਾ, ਸਾਡੀ ਇਸਤਰੀ ਸਾਡੇ ਕੰਮ ਆਵੇਗੀ, ਸਾਡੀ ਸੰਪਤੀ ਸਾਡੇ ਕੰਮ ਆਵੇਗੀ, ਪਰ ਜਦੋਂ ਅੰਤ ਸਮਾਂ ਆਉਂਦਾ ਹੈ, ਇਹ ਸਾਰੀਆਂ ਦੀਆਂ ਸਾਰੀਆਂ ਵਸਤੂ, ਵਿਅਕਤੀ ਸਾਡਾ ਸਾਥ ਛੱਡ ਦਿੰਦੇ ਹਨ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਭਾਈ ਇਹ ਸੱਚ ਕਰਕੇ ਜਾਣਨਾ ਕਰ ਕਿ ਇਹਨਾਂ ਦੇ ਵਿੱਚੋਂ ਜੋ ਵੀ ਕੋਈ ਵਿਅਕਤੀ ਹਨ, ਧਨ ਹੈ, ਦਾਰਾ ਹੈ, ਸੰਪਤੀ ਹੈ, ਇਹ ਕਿਸੇ ਨੇ ਵੀ ਤੇਰਾ ਸੰਗੀ ਨਹੀਂ ਬਣਨਾ, ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ। ਅਗਰ ਦਰਗਾਹ ਦੇ ਵਿੱਚ ਸਾਥ ਦੇਣਾ ਹੈ ਤਾਂ ਕੇਵਲ ਨਾਮ ਨੇ ਦੇਣਾ ਹੈ। ਇਸ ਵਾਸਤੇ ਭਾਈ ਅਗਰ ਸਾਡੇ ਕੋਲ ਨਾਮ ਰੂਪੀ ਧਨ ਹੈ, ਅਗਰ ਸਾਡੇ ਕੋਲ ਸੇਵਾ ਰੂਪੀ ਧਨ ਹੈ, ਅਗਰ ਸਾਡੇ ਕੋਲ ਸਿਮਰਨ ਰੂਪੀ ਧਨ ਹੈ, ਤਾਂ ਇਸ ਨੇ ਦਰਗਾਹ ਦੇ ਵਿੱਚ ਜਾ ਕਰਕੇ ਸਾਡਾ ਸਾਥ ਦੇਣਾ ਹੈ, ਸਾਡਾ ਸੰਗ ਕਰਨਾ ਹੈ, ਸਾਡੇ ਨਾਲ ਖੜੋਣਾ ਹੈ। ਜਿਹੋ ਜਿਹੇ ਅਸੀਂ ਕਰਮ ਸੰਸਾਰ ਦੇ ਵਿੱਚ ਕਰਾਂਗੇ, ਉਹੋ ਜੀ ਸਾਡੀ ਦਰਗਾਹ ਦੇ ਵਿੱਚ ਗਤੀ ਹੋਵੇ। ਅਗਰ ਅਸੀਂ ਸ਼ੁਭ ਕਰਮ ਕਰਾਂਗੇ ਤਾਂ ਸਾਡੀ ਸ਼ੁਭ ਗਤੀ ਹੋਵੇਗੀ, ਅਗਰ ਅਸੀਂ ਮਾੜੇ ਕਰਮ ਕਰਾਂਗੇ ਤਾਂ ਸਾਡੀ ਦੁਰਗਤੀ ਹੋਵੇਗੀ। ਇਸ ਵਾਸਤੇ ਜਿਹੜੇ ਇਸ ਸੰਸਾਰ ਦੇ ਧਨ ਦੌਲਤਾਂ ਹਨ, ਧਨ ਦਾਰਾ ਸੰਪਤ ਸਗਲ, ਅਰਥਾਤ ਜਿਹੜੀ ਸੰਸਾਰ ਦੀ ਸੰਪਤੀ ਹੈ, ਸੰਸਾਰ ਦਾ ਧਨ ਹੈ, ਪਤਨੀ ਹੈ, ਪਤੀ ਹੈ, ਸੰਸਾਰ ਦੇ ਜਿੰਨੇ ਵੀ ਸੰਬੰਧ ਹਨ, ਜਿੰਨੀਆਂ ਵੀ ਸੰਪਤੀਆਂ ਹਨ, ਇਹਨਾਂ ਨੇ ਕਿਸੇ ਨੇ ਸਾਥ ਨਹੀਂ ਦੇਣਾ। ਸਾਡਾ ਸਾਥ ਦੇਣਾ ਹੈ ਤਾਂ ਜਿਹੜੀ ਅਸੀਂ ਨਾਮ ਰੂਪੀ ਸੰਪਤੀ ਕਮਾਈ ਹੈ, ਜਿਸ ਦੇ ਬਾਰੇ ਸਾਡੇ ਗ੍ਰੰਥਕਾਰ ਸ਼ਾਸਤਰਕਾਰ ਦੱਸਦੇ ਹਨ। ਸੰਪਤੀਆਂ ਕੀ ਹਨ? 6 ਸੰਪਤੀਆਂ, ਖਟ ਸੰਪਤੀਆਂ, ਸ਼ਾਮ, ਦਮ, ਸ਼ਰਧਾ, ਤਿਤਿਕਸ਼ਾ, ਸਮਾਧਾਨ, ਉਪਰਾਮ। ਇਹ 6 ਸੰਪਤੀਆਂ ਹਨ। ਅਗਰ ਸਾਡੇ ਮਨ ਦੇ ਵਿੱਚ, ਸਮ ਕਹਿੰਦੇ ਹਨ ਮਨ ਨੂੰ ਟਿਕਾਉਣਾ, ਇੰਦਰੀਆਂ, ਦਮ ਕਹਿੰਦੇ ਹਨ ਸਾਡੀਆਂ ਇੰਦਰੀਆਂ ਕੰਟਰੋਲ ਦੇ ਵਿੱਚ ਹੋਣੀਆਂ,
ਉਪਰਾਮ ਕਹਿੰਦੇ ਹਨ ਸੰਸਾਰ ਦੇ ਵਿੱਚੋਂ ਸਾਡੇ ਅੰਦਰ ਉਪਰਾਮਤਾ ਆਉਣੀ। ਸ਼ਰਧਾ ਕਹਿੰਦੇ ਹਨ ਸਾਡੇ ਅੰਦਰ ਉਸ ਪ੍ਰਮਾਤਮਾ ਦੇ ਪ੍ਰਤੀ ਵਿਸ਼ਵਾਸ ਹੋਣਾ। ਸਮਾਧਾਨ ਕਹਿੰਦੇ ਹਨ ਕਿ ਜਿਹੜੀ ਸੰਸਾਰ ਦੇ ਵਿੱਚ ਅਸੀਂ ਆਪਣੀ ਸ਼ੰਕਾ ਲੈ ਕਰਕੇ ਆਏ ਸੀ, ਅਗਰ ਸਾਡੀ ਉਸ ਸ਼ੰਕਾ ਦਾ ਸਮਾਧਾਨ ਹੋ ਜਾਵੇ, ਸਾਨੂੰ ਉਸ ਪ੍ਰਮਾਤਮਾ ਦਾ ਮਿਲਾਪ ਹੋ ਜਾਵੇ, ਤਾਂ ਹੀ ਸਾਡਾ ਜੀਵਨ ਸਫਲ ਹੁੰਦਾ ਹੈ। ਜਿੱਥੇ ਭਾਈ ਅਸੀਂ ਸੰਸਾਰ ਦੀਆਂ ਸੰਪਤੀਆਂ ਇਕੱਠੀਆਂ ਕਰਦੇ ਹਾਂ, ਉੱਥੇ ਨਾਲ ਦੇ ਨਾਲ ਸਾਨੂੰ ਇਹ ਅਧਿਆਤਮ ਦੀਆਂ ਸੰਪਤੀਆਂ ਵੀ ਅਪਣਾਉਣੀਆਂ ਪੈਣ। ਅਗਰ ਅਸੀਂ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਅਧਿਆਤਮ ਦੀਆਂ ਸੰਪਤੀਆਂ ਨੂੰ ਅਪਣਾਉਂਦੇ ਹਾਂ, ਅਧਿਆਤਮ ਦੀਆਂ ਸੰਪਤੀਆਂ ਇਕੱਠੀਆਂ ਕਰਦੇ ਹਾਂ, ਤਾਂ ਇਹੀ ਸਾਡੀਆਂ ਦਰਗਾਹ ਦੇ ਵਿੱਚ ਜਾ ਕਰ ਕੇ ਸਾਥ ਦੇਣਗੀਆਂ। ਬਾਕੀ ਜਿਹੜੀਆਂ ਸੰਸਾਰ ਦੀਆਂ ਸੰਪਤੀਆਂ ਹਨ, ਸੰਸਾਰ ਦਾ ਧਨ ਹੈ, ਦੌਲਤ ਹੈ, ਪਤੀ ਹੈ, ਪਤਨੀ ਹੈ, ਨਾਤੇਦਾਰ, ਰਿਸ਼ਤੇਦਾਰ, ਇਹਨਾਂ ਨੇ ਸਾਡਾ ਕਿਸੇ ਨੇ ਵੀ ਸੰਗ ਨਹੀਂ ਕਰਨਾ, ਕਿਸੇ ਨੇ ਵੀ ਸਾਡਾ ਸਾਥ ਨਹੀਂ ਦੇਣਾ। ਪਤਿਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਿਹੜਾ ਸਾਰੇ ਸੰਸਾਰ ਦਾ ਨਾਥ ਹੈ, ਜਿਹੜਾ ਅਨਾਥਾਂ ਦਾ ਵੀ ਨਾਥ ਹੈ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੂੰ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਨੇ 12 ਵਰ ਦਿੱਤੇ ਕਿ ਤੁਸੀਂ ਨਾਥਾਂ ਦੇ ਨਾਥ ਹੋ, ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ ਹੋ, ਨਿਓਟਿਆਂ ਦੀ ਓਟ ਹੋ। ਜਿਹੜਾ ਉਹ ਪਰਮ ਪਿਤਾ ਸੰਸਾਰ ਦੇ ਸਾਰੇ ਅਨਾਥਾਂ ਦਾ ਨਾਥ ਹੈ, ਉਹ ਪਰਮ ਪਿਤਾ ਪਰਮਾਤਮਾ ਕਿਹੋ ਜਿਹਾ ਹੈ? ਪਤਿਤ ਉਦਾਹਰਨ। ਪਤਿਤ ਕਹਿੰਦੇ ਹਨ ਗਿਰੇ ਹੋਏ ਨੂੰ। ਜਿਹੜਾ ਕੋਈ ਵਿਅਕਤੀ ਆਪਣੇ ਜੀਵਨ ਦੇ ਵਿੱਚੋਂ ਗਿਰ ਜਾਂਦਾ ਹੈ, ਉਹ ਪਰਮ ਪਿਤਾ ਪਰਮਾਤਮਾ ਸਾਰੇ ਸੰਸਾਰ ਦਾ ਨਾਥ ਹੈ। ਉਹਨਾਂ ਗਿਰਿਆ ਹੋਇਆਂ ਵਿਅਕਤੀਆਂ ਨੂੰ ਵੀ ਕੀ ਕਰਦਾ ਹੈ? ਪਵਿੱਤਰ ਕਰ ਦਿੰਦਾ ਹੈ। ਕਿਵੇਂ ਪਵਿੱਤਰ ਕਰਦਾ ਹੈ? ਜਿਵੇਂ ਅਸੀਂ ਨਾਮ ਦੀ ਅਰਾਧਨਾ ਕਰਦੇ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਿਹੜੀ ਸਾਡੀ ਮਤ ਹੈ, ਬੁੱਧੀ ਹੈ, ਮਨ ਹੈ, ਇਹ ਮਾੜੇ ਕਰਮਾਂ ਦੇ ਕਾਰਨ ਕਰਕੇ, ਪਾਪ ਕਰਮਾਂ ਦੇ ਕਾਰਨ ਕਰਕੇ ਮਲਿਨ ਹੋ ਜਾਂਦੀ ਹੈ। ਪਰ ਉਸ ਅਨਾਥ ਦਾ, ਜਿਹੜਾ ਸਾਰੇ ਸੰਸਾਰ ਦੇ ਅਨਾਥਾਂ ਦਾ ਨਾਥ ਹੈ, ਜਦੋਂ ਅਸੀਂ ਉਸ ਪਰਮਾਤਮਾ ਦੇ ਨਾਮ ਦੀ ਅਰਾਧਨਾ ਕਰਦੇ ਹਾਂ, ਨਾਮ ਦਾ ਜਪ ਕਰਦੇ ਹਾਂ, ਨਾਮ ਦਾ ਸਿਮਰਨ ਕਰਦੇ ਹਾਂ, ਤਾਂ ਜਿਹੜੇ ਪਤਿਤ ਵਿਅਕਤੀ ਹਨ, ਆਪਣੇ ਜੀਵਨ ਤੋਂ ਗਿਰੇ ਹੋਏ ਵਿਅਕਤੀ ਹਨ, ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਉਹ ਵੀ ਜੀਵ ਪਵਿੱਤਰ ਹੋ ਜਾਂਦੇ ਹਨ। ਕਹੋ ਨਾਨਕ ਤਿਹ ਜਾਨੀਐ, ਸਦਾ ਬਸਤ ਤੁਮ ਸਾਥ। ਕਹਿੰਦੇ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਹਰ ਸਮੇਂ ਆਪਣੇ ਨਾਲ ਨਿਵਾਸ ਕਰਦਾ, ਹਰ ਸਮੇਂ ਆਪਣੇ ਅੰਦਰ ਵਸਦਾ ਜਾਣਨਾ ਕਰਨਾ ਚਾਹੀਦਾ ਹੈ। ਜਿਵੇਂ ਜਿਵੇਂ ਅਸੀਂ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਹਾਜ਼ਰ ਨਾਜ਼ਰ ਸਮਝਾਂਗੇ, ਜਿਵੇਂ ਜਿਵੇਂ ਅਸੀਂ ਉਸ ਪਰਮਾਤਮਾ ਦੇ ਆਪਣੇ ਆਪ ਨੂੰ ਕਰੀਬ ਪਾਵਾਂਗੇ, ਲਾਗੇ ਪਾਵਾਂਗੇ, ਕੋਲ ਪਾਵਾਂਗੇ, ਕਿ ਹਰ ਸਮੇਂ ਉਹ ਪਰਮ ਪਿਤਾ ਪਰਮਾਤਮਾ ਸਾਡੇ ਅੰਗ ਸੰਗ ਹੈ, ਹਰ ਸਮੇਂ ਉਹ ਪਰਮ ਪਿਤਾ ਪਰਮਾਤਮਾ ਸਾਡੇ ਵਿੱਚ ਵਰਤ ਰਿਹਾ ਹੈ, ਹਰ ਜਗ੍ਹਾ ਉਸ ਪਰਮਾਤਮਾ ਦਾ ਹੀ ਵਰਤਾਰਾ ਹੈ। ਜਿਵੇਂ ਜਿਵੇਂ ਸਾਡੀ ਹਰ ਕਣ ਕਣ ਦੇ ਵਿੱਚ ਕੀ ਦ੍ਰਿਸ਼ਟੀ ਹੋਵੇਗੀ? ਏਕ ਹੈ, ਅਨੇਕ ਹੈ, ਫਿਰ ਏਕ ਹੈ। ਉਹ ਪਰਮ ਪਿਤਾ ਪਰਮਾਤਮਾ ਇੱਕ ਹੈ, ਪਰ ਅਨੇਕ ਰੂਪ ਦੇ ਵਿੱਚ ਭਾਸ ਰਿਹਾ ਹੈ। ਉਸ ਅਨੇਕ ਰੂਪ ਦੇ ਵਿੱਚ ਭਾਸਣ ਵਾਲੇ ਨੂੰ ਜਦੋਂ ਅਸੀਂ ਇੱਕ ਰੂਪ ਕਰਕੇ ਜਾਣ ਲਵਾਂਗੇ, ਜਿਵੇਂ ਅਸੀਂ 20 ਵਿਅਕਤੀ ਬੈਠੇ ਹਾਂ, 25 ਵਿਅਕਤੀ ਬੈਠੇ ਹਾਂ, ਸਾਰਿਆਂ ਨੇ ਕੱਪੜਾ ਅਲੱਗ-ਅਲੱਗ ਪਾਇਆ ਹੈ, ਪਰ ਸਾਡਾ ਸਾਰਿਆਂ ਦਾ ਕੱਪੜਿਆਂ ਦਾ ਰੰਗ ਕੀ ਹੈ? ਸਫੇਦ। ਬਾਹਰੋਂ ਜਿਹੜਾ ਵਿਅਕਤੀ ਦੇਖਦਾ ਹੈ, ਉਹ ਕੱਪੜਾ ਨਹੀਂ ਦੇਖਦਾ, ਰੰਗ ਦੇਖਦਾ ਹੈ ਕਿ ਸਾਰਿਆਂ ਦੇ ਕੋਲ ਸਫੇਦ ਰੰਗ ਹੈ। ਇਸੇ ਤਰ੍ਹਾਂ ਹੀ ਸਾਡੇ ਅੰਦਰ ਜਿਹੜੀ ਅਨੇਕਤਾ ਦੀ ਦ੍ਰਿਸ਼ਟੀ ਹੈ, ਉਸ ਅਨੇਕਤਾ ਦੀ ਦ੍ਰਿਸ਼ਟੀ ਨੂੰ ਤਿਆਗ ਕਰਕੇ ਜਦੋਂ ਅਸੀਂ ਏਕਤਾ ਦੀ ਦ੍ਰਿਸ਼ਟੀ ਤੇ ਆ ਜਾਂਦੇ ਹਾਂ ਕਿ ਹਰ ਕਣ ਕਣ ਦੇ ਵਿੱਚ, ਹਰ ਜਰੇ ਜਰੇ ਦੇ ਵਿੱਚ ਉਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਹੈ, ਤਾਂ ਸੁਭਾਵਿਕ ਹੈ ਨਾ ਸਾਡਾ ਕਿਸੇ ਦੇ ਨਾਲ ਵੈਰ ਰਹਿੰਦਾ ਹੈ, ਨਾ ਕਿਸੇ ਦੇ ਨਾਲ ਸਾਡਾ ਵਿਰੋਧ ਰਹਿੰਦਾ ਹੈ। ਹਰ ਜੀਵ ਦੇ ਵਿੱਚ ਸਾਨੂੰ ਉਹ ਪਰਮਾਤਮਾ ਨਜ਼ਰ ਆਉਂਦਾ। ਜਿਸ ਤਰ੍ਹਾਂ ਭਾਈ ਕਨ੍ਹਈਆ ਜੀ ਨੇ ਦੁਸ਼ਮਣਾਂ ਦੇ ਵਿੱਚ ਵੀ ਅਤੇ ਮਿੱਤਰਾਂ ਦੇ ਵਿੱਚ ਵੀ ਉਸ ਪਰਮਾਤਮਾ ਨੂੰ ਦੇਖਣਾ ਕੀਤਾ ਸੀ।
ਹਰ ਜੀਵ ਦੇ ਵਿੱਚ ਉਹਨਾਂ ਨੇ ਪਰਮ ਪਿਤਾ ਪਰਮਾਤਮਾ ਦਸ਼ਮੇਸ਼ ਪਿਤਾ ਦੇ ਦਰਸ਼ਨ ਕੀਤੇ। ਇਸੇ ਤਰ੍ਹਾਂ ਹੀ ਭਾਈ ਅਸੀਂ ਆਪਣੀ ਦ੍ਰਿਸ਼ਟੀ ਬਣਾਉਣੀ ਹੈ ਕਿ ਉਹ ਪਰਮ ਪਿਤਾ ਪਰਮਾਤਮਾ ਹਰ ਸਮੇਂ ਸਾਡੇ ਅੰਦਰ ਵਸਦਾ ਹੈ, ਹਰ ਸਮੇਂ ਸਾਡੇ ਅੰਗ ਸੰਗ ਹੈ। ਅਗਰ ਉਹ ਪਰਮ ਪਿਤਾ ਪਰਮਾਤਮਾ ਸਾਡੇ ਅੰਦਰ ਵਸਦਾ ਹੈ, ਹਰ ਸਮੇਂ ਸਾਡੇ ਅੰਗ ਸੰਗ ਹੈ, ਤਾਂ ਹਰ ਜੀਵ ਦੇ ਅੰਦਰ ਉਹ ਪਰਮਾਤਮਾ ਵਸਦਾ ਹੈ, ਹਰ ਜੀਵ ਦੇ ਅੰਗ ਸੰਗ ਹੈ। ਫਿਰ ਸਾਨੂੰ ਕਿਸੇ ਵੀ ਵਿਅਕਤੀ ਦੇ ਨਾਲ, ਕਿਸੇ ਵੀ ਇਨਸਾਨ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਰਹੇਗਾ। ਜਿਵੇਂ ਜਿਵੇਂ ਅਸੀਂ ਭਾਈ ਇਸ ਤਰ੍ਹਾਂ ਆਪਣੀ ਦ੍ਰਿਸ਼ਟੀ ਨੂੰ ਬਣਾਵਾਂਗੇ ਤਾਂ ਸਾਨੂੰ ਸਾਰਿਆਂ ਦੇ ਵਿੱਚ ਹੀ ਉਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਜ਼ਰ ਆਵੇਗਾ। ਜਦੋਂ ਸਾਡੀ ਦ੍ਰਿਸ਼ਟੀ ਬਦਲੇਗੀ ਤਾਂ ਸੁਭਾਵਿਕ ਹੈ ਸਾਡੀ ਸ੍ਰਿਸ਼ਟੀ ਬਦਲ ਜਾਵੇਗੀ। ਸ਼ਾਸਤਰਾਂ ਦਾ, ਗ੍ਰੰਥਕਾਰਾਂ ਦਾ ਕਥਨ ਹੈ, ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਜਿਹੋ ਜੀ ਸਾਡੀ ਦ੍ਰਿਸ਼ਟੀ ਹੋਵੇਗੀ ਉਹੋ ਜੀ ਸ੍ਰਿਸ਼ਟੀ ਹੋ ਜਾਵੇਗੀ। ਜਿਵੇਂ ਜਿਵੇਂ ਅਸੀਂ ਆਪਣੀ ਦ੍ਰਿਸ਼ਟੀ ਨੂੰ ਸ਼ੁੱਧ ਕਰ ਲਵਾਂਗੇ, ਜਿਵੇਂ ਜਿਵੇਂ ਅਸੀਂ ਉਸ ਪਰਮਾਤਮਾ ਦੇ ਕਰੀਬ ਪਹੁੰਚ ਜਾਵਾਂਗੇ ਤਾਂ ਸੁਭਾਵਿਕ ਹੈ ਹਰ ਕਣ ਕਣ ਦੇ ਵਿੱਚ, ਹਰ ਜਰੇ ਤੇ ਅਰੇ ਦੇ ਵਿੱਚ ਉਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਨੂੰ ਹਰ ਸਮੇਂ ਨਜ਼ਰ ਆਵੇਗਾ। ਇਸ ਵਾਸਤੇ ਭਾਈ ਅਸੀਂ ਸਾਰੇ ਹੀ ਮਹਾਂਪੁਰਸ਼ਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਆਪਾਂ ਸਾਰੇ ਹੀ ਬੈਠ ਕਰਕੇ ਉਸ ਪਰਮ ਪਿਤਾ ਪਰਮਾਤਮਾ ਦੇ ਗੋਬਿੰਦ ਦੇ ਗੁਣ ਗਾਇਨ ਕਰੀਏ। ਗੋ ਕਹਿੰਦੇ ਹਨ ਪ੍ਰਿਥਵੀ ਨੂੰ, ਇੰਦ ਕਹਿੰਦੇ ਹਨ ਉਸ ਦੀ ਪਾਲਣਾ ਕਰਨ ਵਾਲੇ। ਜਿਹੜਾ ਉਹ ਪਰਮ ਪਿਤਾ ਪਰਮਾਤਮਾ ਸਾਰੀ ਸ੍ਰਿਸ਼ਟੀ ਦੀ ਰੱਖਿਆ ਕਰਦਾ ਹੈ, ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ, ਉਸ ਪਰਮ ਪਿਤਾ ਪਰਮਾਤਮਾ ਦੇ ਅਸੀਂ ਗੁਣ ਗਾਉਣੇ ਹਨ। ਇਸੇ ਵਾਸਤੇ ਮਹਾਂਪੁਰਸ਼ ਇਹੋ ਜਿਹੇ ਮਹਾਨ ਪਰਉਪਕਾਰ ਦੇ ਕਾਰਜ ਕਰਦੇ ਹਨ, ਇਹੋ ਜਿਹੇ ਇੰਨੇ ਲੰਮੇ ਲੰਮੇ ਸਮਾਗਮ ਕਰਦੇ ਹਨ ਕਿ ਭਾਈ ਇਹਨਾਂ ਸਮਾਗਮਾਂ ਦੇ ਵਿੱਚ ਆ ਕਰਕੇ ਅਸੀਂ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕਰੀਏ। ਅਗਰ ਅਸੀਂ ਉਸ ਪਰਮਾਤਮਾ ਦੇ ਗੁਣ ਗਾਇਨ ਕਰਦੇ ਹਾਂ ਤਾਂ ਭਾਈ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਹੈ। ਇਹ ਨਹੀਂ ਕਿ ਜਿੰਨੇ ਦਿਨ ਅਸੀਂ ਇੱਥੇ ਆਉਣਾ ਹੈ ਓਨੇ ਦਿਨ ਹੀ ਅਸੀਂ ਗੁਣ ਗਾਇਨ ਕਰਨੇ ਹਨ, ਇਹ ਨਹੀਂ। ਜਿਸ ਤਰ੍ਹਾਂ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ, ਸਕੂਲ ਤੋਂ ਆ ਕਰਕੇ ਆਪਣੇ ਘਰ ਦੇ ਵਿੱਚ ਫਿਰ ਹੋਮਵਰਕ ਕਰਦਾ ਹੈ, ਇਸੇ ਤਰ੍ਹਾਂ ਹੀ ਇਹ ਸਾਡਾ ਇੱਕ ਸਕੂਲ ਹੈ। ਜਿਹੜਾ ਸਾਨੂੰ ਇੱਥੋਂ ਵਰਕ ਮਿਲੂਗਾ ਉਸ ਵਰਕ ਨੂੰ ਅਸੀਂ ਸਾਰਾ ਸਾਲ ਕਰਨਾ ਹੈ। ਅਗਰ ਅਸੀਂ ਜਿਸ ਤਰ੍ਹਾਂ ਹੁਣ ਗੁਣ ਗਾਇਨ ਕਰਦੇ ਹਾਂ, ਨਾਮ ਜਪਦੇ ਹਾਂ, ਸਿਮਰਨ ਕਰਦੇ ਹਾਂ, ਸਤਸੰਗ ਕਰਦੇ ਹਾਂ, ਅਗਰ ਇਸੇ ਨੂੰ ਅਸੀਂ ਆਪਣੇ ਜੀਵਨ ਦੀ ਰੁਟੀਨ ਬਣਾ ਲਵਾਂਗੇ ਤਾਂ ਸੁਭਾਵਿਕ ਹੈ ਭਾਈ ਸਾਡਾ ਗੁਣ ਗੋਬਿੰਦ ਗਾਇਓ। ਸਾਡੇ ਸਾਰਿਆਂ ਦੇ ਹੀ ਗੋਬਿੰਦ ਦੇ ਜਿਹੜੇ ਗੁਣ ਗਾਏ ਹਨ ਉਹ ਸਫਲੇ ਹੋ ਜਾਣਗੇ। ਨਹੀਂ ਜਨਮ ਅਕਾਰਤ ਕੀਨ, ਸਾਡਾ ਜਿਹੜਾ ਮਨੁੱਖ ਜਨਮ ਹੈ ਉਹ ਕਾਰਥ ਨਹੀਂ ਜਾਵੇਗਾ, ਵਿਅਰਥ ਨਹੀਂ ਜਾਵੇਗਾ। ਅਸੀਂ ਸਾਰੇ ਹੀ ਆਪਣੇ ਮਨੁੱਖ ਜਨਮ ਨੂੰ ਸਫਲਿਆਂ ਕਰ ਲਵਾਂਗੇ। ਆਓ ਸਾਧ ਸੰਗਤ ਜੀ ਅਖੀਰੀ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਪਤਿਤ ਉਦਾਹਰਨ ਭੈ ਹਰਨ, ਹਰਿ ਅਨਾਥ ਕੇ ਨਾਥ। ਕਹੋ ਨਾਨਕ ਤਿਹ ਜਾਨੀਐ, ਸਦਾ ਬਸਤ ਤੁਮ ਸਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।